ਨੁਕਤਾ ਨਜ਼ਰ ਦੀ ਅਗਲੀ ਕੜੀ ਦੇ ਵਿੱਚ ਦੋਸਤੋ ਤੁਹਾਡਾ ਸਵਾਗਤ ਹੈ। ਆਪਾਂ ਪਿਛਲੇ ਲੰਮੇ ਸਮੇਂ ਤੋਂ ਕਿਸਾਨ ਅੰਦੋਲਨ ਦੇ ਨਾਲ ਜੁੜੀਆਂ ਸ਼ਖਸੀਅਤਾਂ ਨਾਲ ਗੱਲਬਾਤ ਕਰਦੇ ਰਹੇ ਹਾਂ। ਕਿਸਾਨ ਅੰਦੋਲਨ ਬਾਰੇ ਗੱਲਬਾਤ ਕੀਤੀ ਹੈ। ਤੁਹਾਨੂੰ ਪਤਾ ਕਿ ਕਿਸਾਨ ਅੰਦੋਲਨ ਨੂੰ ਦਿੱਲੀ ਦੀਆਂ ਬਰੂਹਾਂ ਤੇ ਬੈਠਿਆਂ ਨੂੰ 6 ਮਹੀਨੇ ਤੋਂ ਉੱਪਰ ਦਾ ਸਮਾਂ ਹੋ ਗਿਆ। ਇਸ ਸਮੇਂ ਦੇ ਵਿੱਚ ਕੀ ਅਸੀਂ ਕਿਸਾਨ ਅੰਦੋਲਨ ਨੇ, ਕਿਸਾਨ ਮੂਵਮੈਂਟ ਨੇ ਕੀ ਖੱਟਿਆ, ਕੀ ਗਵਾਇਆ, ਕਿਸਾਨ ਲੀਡਰਾਂ ਨਾਲ ਵੀ ਗੱਲਬਾਤ ਕੀਤੀ। ਅੱਜ ਵੀ ਅਸੀਂ ਪੰਜਾਬ ਦੀ ਇੱਕ ਵੱਡੀ ਜਥੇਬੰਦੀ ਹੈ ਜੋ ਕਿ BKU ਏਕਤਾ ਉਗਰਾਹਾਂ ਤੋਂ ਬਾਅਦ ਦੂਜੇ ਨੰਬਰ ਦੀ ਜਥੇਬੰਦੀ ਪੰਜਾਬ ਵਿੱਚ ਮੰਨੀ ਜਾਂਦੀ ਆ। BKU ਏਕਤਾ ਡਕਾਉਂਦਾ ਉਹਦੇ ਜਨਰਲ ਸਕੱਤਰ ਜਗਮੋਹਨ ਹੋਰਾਂ ਨਾਲ ਆਪਾਂ ਕਿਸਾਨ ਅੰਦੋਲਨ ਦੀਆਂ ਮੌਜੂਦਾ ਹਾਲਾਤਾਂ ਬਾਰੇ ਗੱਲ ਕਰਾਂਗੇ ਤੇ ਉਹਦੀ ਅਗਲੀ ਦਿਸ਼ਾ ਕੀ ਹੋਏਗੀ ਇਸ ਬਾਬਤ ਗੱਲ ਕਰਾਂਗੇ। ਜਗਮੋਹਨ ਜੀ, ਬਹੁਤ ਬਹੁਤ ਸਵਾਗਤ ਤੁਹਾਡਾ ਸਾਡੇ ਪ੍ਰੋਗਰਾਮ ਦੇ ਵਿੱਚ। ਧੰਨਵਾਦ ਜੀ, ਗੱਲ ਕਰਨ ਦਾ ਮੌਕਾ ਦਿੱਤਾ ਤੁਸੀਂ। ਜਗਮੋਹਨ ਜੀ, ਸਭ ਤੋਂ ਪਹਿਲਾਂ ਤਾਂ ਸਾਨੂੰ ਐਂ ਦੱਸੋ ਕਿ ਤੁਸੀਂ ਸਿੰਘੂ ਬਾਰਡਰ ਤੇ ਬੈਠੇ ਹੋ, ਇੱਥੇ ਕਿਸਾਨ ਅੰਦੋਲਨ ਦੀ ਹਾਲਤ ਕੀ ਹੈ? ਬਹੁਤੇ ਲੋਕ ਖਬਰਾਂ ਆਉਂਦੀਆਂ ਵੀ ਅੰਦੋਲਨ ਤਾਂ ਮੱਠਾ ਪੈ ਗਿਆ ਜੀ, ਕਿੱਥੇ ਖੜਾ ਅੰਦੋਲਨ, ਅੱਗੇ ਹੁਣ ਕੀ ਰਸਤਾ ਦਿਖਾਈ ਦਿੰਦਾ? ਦੇਖੋ ਜੀ, ਅੰਦੋਲਨ ਮੱਠਾ ਪੈਣ ਵਾਲੀ ਜਿਹੜੀ ਖਬਰ ਆ ਉਹ ਕੁਆਂਟੀਟੀ ਪੱਖੋਂ ਹੋ ਸਕਦੀ ਹੈ, ਗਿਣਤੀ ਪੱਖੋਂ ਹੋ ਸਕਦੀ ਹੈ, ਕੁਆਲਿਟੀ ਪੱਖੋਂ ਸਿਫਤ ਪੱਖੋਂ ਨਹੀਂ ਹੋ ਸਕਦੀ। ਯਾਨੀ ਉਵੇਂ ਹੀ ਅਸੀਂ, ਮੈਂ ਬਾਈ ਚਾਂਸ ਕੁਦਰਤ ਵੱਲੋਂ ਬਿਮਾਰ ਰਹੇ ਮੇਰੀ ਵਾਈਫ ਔਰ ਮੇਰਾ ਬੇਟਾ, ਮੈਨੂੰ 20-25 ਦਿਨ ਪਟਿਆਲਾ ਡਿਸਟ੍ਰਿਕਟ ਜਾਣਾ ਪਿਆ, ਘੁੰਮਣ ਦਾ ਮੌਕਾ ਵੀ ਮਿਲਿਆ ਤੇ ਮੈਂ 10 ਦਿਨ ਤੋਂ ਦੁਬਾਰਾ ਆਇਆ, 3 ਹਫ਼ਤੇ ਤੋਂ ਬਾਅਦ। ਥੱਲੇ ਲੋਕਾਂ ਦਾ ਇੰਨਾ ਕਿ ਅਸੀਂ ਤਾਂ ਤਣੋ ਮਣੋ ਤਣੋ ਨਾਲ ਆ। ਉਹ ਕਣਕ ਦੀ ਵਢਾਈ ਸੀ, ਕੁਛ ਲੋਕ ਗਏ, ਉਦੋਂ ਬਾਅਦ ਹੁਣ ਫਿਰ ਬਹੁਤ ਅੱਛੀ ਗੈਦਰਿੰਗ ਆ। ਜਿਹੜਾ ਸਾਡਾ 5 ਤਰੀਕ ਦਾ ਪੋਸਟ ਸੀ, 6 ਤਰੀਕ ਦਾ ਸਾਡਾ ਘੱਲੂਘਾਰਾ ਦਿਵਸ ਦੇ ਨਾਲ ਅਸੀਂ ਮਤਲਬ 100 ਦੇ ਜਿਹੜੇ 6 ਕਿਸਾਨ ਸ਼ਹੀਦ ਹੋਏ ਸਨ MSP ਲੈ ਕੇ, ਉਹਨਾਂ ਦਾ ਦਿਵਸ ਮਨਾਇਆ ਸਾਰੇ ਬਾਰਡਰਾਂ ਤੇ। ਮਤਲਬ ਐ ਸੀ ਵੀ ਥੱਲੇ ਜਿਹੜੇ ਸਾਡੀ ਗੈਦਰਿੰਗ ਦੀ ਜਿੰਨੀ ਹੁੰਦੀ ਆ ਉਹ ਓਵਰ ਕਪੈਸਿਟੀ ਸਾਡੇ ਹਾਲ ਜਿੰਨੇ ਵੀ ਸ਼ੈੱਡ ਸਾਰੇ ਸਾਨੂੰ, ਐਸੀ ਕੋਈ ਗੱਲ ਨਹੀਂ ਗੀ। ਵੱਡੇ ਕਾਫਲੇ ਵੀ ਆਏ ਨੇ, ਪਰ ਉਹ ਜਿਵੇਂ ਮੈਂ ਪਹਿਲਾਂ ਟਰੈਕਟਰ ਟਰਾਲੀਆਂ ਜਿੰਨੇ ਖੜੇ ਸਨ ਉਹ ਕਿਸਾਨੀ ਦੇ ਆਪਦੇ ਲੋੜ ਮੁਤਾਬਕ ਉਹ ਟਰੈਕਟਰ ਟਰਾਲੀਆਂ ਕਾਫੀ ਗਿਣਤੀ ਦੀ ਵਾਪਸ ਗਏ ਹੋਏ ਨੇ ਪੰਜਾਬ 'ਚ। ਤੇ ਹੁਣ 15-20 ਦਿਨ ਦਾ ਝੋਨੇ ਦੇ ਸੀਜ਼ਨ ਤੋਂ ਬਾਅਦ ਹੀ ਟਰੈਕਟਰ ਟਰਾਲੀਆਂ ਆਉਣਗੀਆਂ। ਪਰ ਕਿਸੇ ਦੇ ਵੀ ਮੂੰਹ ਇਹ ਨਹੀਂ ਨਿਕਲਦਾ ਕਿ ਹੁਣ ਆਪਾਂ ਨੂੰ ਬਹੁਤ ਚਿਰ ਹੋ ਗਿਆ, ਹੁਣ ਇਹਨੂੰ ਕੋਈ ਨਿਬੇੜਾ ਕਰੋ। ਇਹ ਨਹੀਂ, ਉਹਨੂੰ ਦਿਖਦਾ ਪਿਆ ਵੀ ਨਿਬੇੜਾ ਤਾਂ ਆਪਾਂ ਤਾਂ ਲੱਗੇ, ਉਹ ਨਿਬੇੜਾ ਨਹੀਂ ਕਰਦੇ। ਸਰਕਾਰ ਕੋਈ ਗੱਲਬਾਤ ਨਹੀਂ ਬੁਲਾਉਂਦੀ। ਅਸੀਂ ਇੱਥੋਂ ਤੱਕ ਬਹੁਤ ਵਿਸ਼ਾਲ ਦੇ ਰੱਖ ਕੇ ਉਹਨਾਂ ਨੂੰ ਚਿੱਠੀ ਲਿਖੀ ਆ, ਫਿਰ ਤਾਂ ਗੱਲਬਾਤ ਸ਼ੁਰੂ ਕਰੋ। ਉਹ ਚਿੱਠੀ ਦੇ ਵੀ ਹੋਰ ਮੀਨਿੰਗ ਲੈ ਰਹੇ ਨੇ। ਇਸ ਕਰਕੇ ਜੋ ਕੁਛ ਕਰ ਰਿਹਾ BJP ਜਿਹੜੀ ਆ, ਉਹ BJP ਦਾ ਅਸਲ ਦੇ ਵਿੱਚ ਜਿਹੜਾ ਏਜੰਡਾ ਉਹਦਾ ਵਿਸ਼ਵ ਵਪਾਰ ਸੰਸਥਾ ਦਾ ਏਜੰਡਾ ਹੈ, ਜਿਹੜਾ ਐਗਰੀਮੈਂਟ ਔਨ ਐਗਰੀਕਲਚਰ। ਇਹਦਾ ਉਹਨੇ ਜਿਹੜੀ 2012 ਦੇ ਵਿੱਚ ਜਿਹੜਾ ਕੀਤਾ ਸਾਰਾ ਕੁਛ, ਉਹਦਾ ਸਿੱਟਾ ਇਹ ਆ ਜਿਹਦੇ ਚ ਸਾਈਨ ਕੀਤੇ ਇੰਡੀਅਨ ਗਵਰਨਮੈਂਟ ਨੇ, ਅਸੀਂ ਸਬਸਿਡੀਆਂ ਬੰਦ ਕਰਾਂਗੇ, ਅਸੀਂ MSP ਬੰਦ ਕਰਾਂਗੇ। ਹੁਣ ਬੜਾ ਸਾਹਮਣੇ ਮਤਲਬ ਸ਼ੀਸ਼ੇ ਦੇ ਵਿੱਚ ਮੋਦੀ ਸਰਕਾਰ ਨੂੰ ਇਹ ਮੂੰਹ ਦਿਖਦਾ ਪਿਆ ਕਿ ਉਹਦੇ ਜਿਹੜੇ ਪ੍ਰਭੂ ਦੇ ਸਾਮਰਾਜੀਏ ਮਲਟੀਨੈਸ਼ਨਲ ਕੰਪਨੀਆਂ ਕਾਰਪੋਰੇਟ ਘਰਾਣੇ ਜਿਹੜੇ ਇੱਥੋਂ ਵਾਲੇ ਅਡਾਨੀ ਬਾਨੀ ਵੀ ਉਹਨਾਂ ਨੂੰ ਮਤਲਬ ਨਾਰਾਜ਼ ਕਰੇ, ਜਾਂ ਸਮੁੱਚੀ ਲਕਾਈ ਨੂੰ ਨਾਰਾਜ਼ ਕਰੇ। ਸਮੁੱਚੀ ਲਕਾਈ ਭਾਵ ਦੁਨੀਆ ਭਰ ਦਾ ਕੋਲ ਬਣ ਗਿਆ, ਭਾਰਤ ਦੇ ਲੋਕਾਂ ਦਾ ਕੋਲ ਬਣ ਗਿਆ। ਨਾਰਥਰਨ ਇੰਡੀਆ ਤੇ 5-7 ਸਟੇਟਾਂ ਦਾ ਕਿਸਾਨ ਪੱਕੇ ਤੌਰ ਤੇ ਆ ਕੇ ਬੈਠ ਗਏ ਨੇ। ਆਉਣ ਵਾਲੇ ਸਮੇਂ 'ਚ ਹੋਰ ਸਟੇਟਾਂ ਦੇ ਲੋਕਾਂ ਦਾ ਟੋਕਨ ਪਾਰਟੀਸਪੇਸ਼ਨ ਹੈ, ਆਂਧਰਾ 'ਚ ਵੀ ਪਾਰਟੀਸਪੇਸ਼ਨ ਹੈ, ਕਰਨਾਟਕਾ 'ਚ ਵੀ ਪਾਰਟੀਸਪੇਸ਼ਨ ਹੈ। ਇਸ ਕਰਕੇ ਕਿਸਾਨ ਜਿਹੜੀ ਹੈਗੀ ਆ, ਮਤਲਬ ਸਰਕਾਰ ਬਹੁਤ ਸੁੱਤੀ ਫਸੀ ਹੋਈ ਆ, ਔਰ ਅੰਡਰ ਦਾ ਟੇਬਲ ਇੱਧਰ ਉੱਧਰ ਉਸਨੇ ਵੀ ਭੇਜਦੀ ਵੀ ਇੱਥੇ ਕਰ ਲਓ, ਇੱਥੇ ਨਾ ਕਰ ਲਓ, ਇੱਥੇ ਕਰ ਲਓ। ਪਰ ਇਹ ਕਾਨੂੰਨ ਤਾਂ ਨਾ ਲਾਗੂ ਹੋਣੇ ਆ, ਨਾ ਅਸੀਂ ਹੁਣ ਦੇਣੇ ਆ, ਤੇ ਨਾ ਅਸੀਂ ਸੰਘਰਸ਼ ਜਿੱਤੇ ਤੋਂ ਵਾਪਸ ਜਾਣਾ। ਮਤਲਬ ਅਸੀਂ ਇਸ ਕਰਕੇ ਨਹੀਂ ਜਾਣਾ। ਬੜੀ ਸਾਲ ਦੀ ਗੱਲ ਹੈ, ਅਜੇ ਮਨੁੱਖ ਦੇ ਤੌਰ ਤੇ ਮੈਂ ਗੱਲ ਕਰਦਾ, ਕਿਸੇ ਜਥੇਬੰਦੀ ਉਹਦੇ ਤੌਰ ਤੇ ਨਹੀਂ, ਕਿ ਜਿਹਨੂੰ ਕਿਸੇ ਵੀ ਇਸ ਸੰਘਰਸ਼ ਲਈ ਅਸੀਂ ਕੋਈ ਵੀ ਚੀਜ਼ ਦੀ ਡਿਮਾਂਡ ਕੀਤੀ ਆ ਤੇ ਲੋਕਾਂ ਨੇ ਇੰਨੇ ਖੁੱਲੇ ਮਨ ਨਾਲ ਸਾਡੀ ਤਨੋ ਮਨੋ ਤਨੋ ਸੇਵਾ ਕੀਤੀ ਹੈ ਤੇ ਸਾਡੀ ਛਾਤੀ ਚੌੜੀ ਹੋ ਜਾਂਦੀ ਮਾਣ ਨਾਲ ਕਿ ਸਾਨੂੰ ਇੰਨਾ ਮਾਣ ਸਤਿਕਾਰ। ਪਰ ਉਸ ਮਾਣ ਸਤਿਕਾਰ ਦੇ ਵਿੱਚ ਅਸੀਂ ਘਮੰਡੀ ਨਹੀਂ ਹੋਏ, ਸਗੋਂ ਆਪਣੇ ਸਿਰ ਦੇ ਉੱਤੇ ਇੱਕ ਬਹੁਤ ਵੱਡੀ ਉਹਨਾਂ ਲੋਕਾਂ ਦੀ ਦਰਦਾਂ ਦੀ ਪੰਡ ਲੈ ਕੇ ਬੈਠੇ ਹੋਏ ਆ। ਉਹ ਅਸੀਂ ਪੰਡ ਲਾਉਣੀ ਆ, ਕੋਲ ਜਿੱਤਣਾ। ਜੇ ਜਿੰਨਾ ਸਾਨੂੰ ਮਾਣ ਸਤਿਕਾਰ ਮਿਲਿਆ, ਇਹਦੇ ਜੇ ਅਸੀਂ ਕੋਲ ਜਿੱਤਣ ਤੋਂ ਬਿਨਾਂ ਵਾਪਸ ਕਰਨ ਨੂੰ ਜਾਂਦੇ ਹਾਂ, ਉਹਦੇ ਨਾਲ ਨਾ ਜਾਣਾ ਚੰਗਾ। ਗੋਲੀ ਖਾ ਲਾਂਗੇ, ਜ਼ਖਮੀ ਕਰ ਲਾਠੀਚਾਰਜ ਕਰਾ ਲਾਂਗੇ, ਤਿਹਾੜ ਜੇਲ੍ਹ ਦੇ ਕਿਤੇ ਬਹੁਤ ਵੱਡੀ ਆ ਦੇਖ ਹੈ। ਸਾਡੇ ਵਕੀਲ ਵੀ, ਸਾਡੇ ਬੰਦੇ ਵੀ ਉੱਧਰ ਰਹੇ ਤੱਕ ਕਰਾਈਆਂ ਨੇ ਉਹਨਾਂ ਦੀਆਂ, ਦੇਖੀ ਜੋ ਜੇਲ੍ਹਾਂ 'ਚ ਡੱਕ ਦੇਣ, ਜੇਲ੍ਹਾਂ 'ਚ ਡੱਕ ਦੇਣ। ਇਹ ਤਕਰੀਬਨ ਇਸ ਗੱਲ ਦੇ ਉੱਤੇ ਸਾਡੀ ਯੂਨਿਟੀ ਆਫ ਥਾਟ ਸਾਰੀਆਂ 400 ਤੋਂ ਕੁਛ ਜਥੇਬੰਦੀਆਂ ਦੀਆਂ ਬਾਰ-ਬਾਰ ਮੀਟਿੰਗਾਂ ਵੀ ਹੁੰਦੀਆਂ ਰਹਿੰਦੀਆਂ ਸਾਡੀਆਂ। ਕੋਈ ਹੋਰ ਕਈ ਤਰ੍ਹਾਂ ਦੇ ਡਿਫਰੈਂਸ ਹੋ ਸਕਦੇ ਨੇ, ਪਰ ਇੱਥੇ ਕੋਈ ਗੱਲ ਨਹੀਂ, ਕੋਈ ਜਿੱਤ ਕੇ ਜਾਣਾ। ਦੂਸਰਾ, ਮੇਰੀ ਕੋਸ਼ਿਸ਼ ਹੁੰਦੀ ਹੈ ਵੀ ਜਿਹੜੀ ਆਪਾਂ ਜਥੇਬੰਦੀ ਦੇ ਆਗੂ ਨਾਲ ਗੱਲ ਕਰੀਏ, ਥੋੜਾ ਜਿਹਾ ਸੰਖੇਪ ਵਿੱਚ ਪੁੱਛੀਏ ਕਿ ਉਹਦੀ ਜਥੇਬੰਦੀ ਦਾ ਕੀ ਇਤਿਹਾਸ ਹੈ,
ਉਹਨਾਂ ਨੇ ਕਿਹੜੇ ਕਿਹੜੇ ਪੰਜਾਬ ਦੇ ਵਿੱਚ ਘੋਲ ਲੜੇ ਆ, ਕਿਉਂਕਿ ਇੱਥੇ ਨਾ ਇੱਕ ਅਫਵਾਹਾਂ ਬਹੁਤ ਨੇ ਜੀ, ਇਹ ਤਾਂ ਲੀਡਰਾਂ ਨੇ ਕਦੇ ਕੁਝ ਕੰਮ ਨਹੀਂ ਕੀਤਾ ਜੀ, ਐ ਜਿਹੜਾ ਇੱਕ ਵਿਰੋਧੀ ਪ੍ਰਚਾਰ ਹੋ ਰਿਹਾ, ਜਦ ਕਿ ਅਸੀਂ ਸਾਨੂੰ ਤਾਂ ਪਤਾ ਪੱਤਰਕਾਰੀ ਅਸੀਂ ਕਰਦੇ ਆ ਕਿ ਅਸੀਂ ਤੁਹਾਡੇ ਸੰਘਰਸ਼ਾਂ ਦੀ ਖਬਰ ਵੀ ਕਰਦੇ ਰਹੇ ਹਾਂ। ਸੋ ਮੈਂ ਬੜਾ ਸੰਖੇਪ ਚ ਤੁਹਾਡੇ ਕੋਲੋਂ ਤੁਹਾਡੀ ਜਥੇਬੰਦੀ ਦੇ ਥੋੜੀ ਜਿਹੀ ਹਿਸਟਰੀ ਤੇ ਥੋੜਾ ਜਿਹਾ ਕੰਮਾਂ ਬਾਰੇ ਜਾਨਣਾ ਚਾਹਾਂਗਾ ਵੀ ਉਹਨੇ ਜਿਹੜੇ ਪੰਜਾਬ ਚ ਘੋਲ ਕਿਹੜੇ ਕਿਹੜੇ ਲੜੇ ਜੀ। ਦੇਖੋ ਜੀ, ਸਾਡੀ ਜਥੇਬੰਦੀ 2023 ਤੋਂ ਬਣ ਕੇ ਕੱਲ ਤੇ 9 ਦੇ ਵਿੱਚ ਸਾਡੀਆਂ ਜ਼ਿਲ੍ਹਾ ਕਮੇਟੀਆਂ ਨੇ, 4 ਦੇ ਵਿੱਚ ਹਰ ਜਥੇਬੰਦੀ ਬਲਾਕ ਪੱਧਰ ਤੇ ਕਬਜ਼ੇ ਕਰਦੀ ਆ। ਪਰ ਜੋ ਹੁੰਦਾ ਉਹ ਸਾਡੇ ਜਥੇਬੰਦੀ ਦੇ ਸੰਘਰਸ਼ ਤੋਂ 2 ਸਾਲ ਬਾਅਦ ਹੀ ਸਾਨੂੰ ਕਰਨਾ ਗਿਆ। ਉਹਦੀ ਅਗਵਾਈ ਵੀ ਸਾਡੇ ਮਰਹੂਮ ਆਗੂ ਬਲਕਾਰ ਸਿੰਘ ਟਕੌਂਦਾ ਨੇ ਕੀ, ਜਿਨ੍ਹਾਂ ਦੇ ਨਾਂ ਦੇ ਉੱਤੇ ਅਸੀਂ BKU ਟਕੌਂਦਾ ਨਾਮ ਵੀ ਰੱਖਿਆ। ਉਹਨਾਂ ਦੀ ਸ਼ਰਧਾ ਸੀ ਭਾਰਤੀ ਕਿਸਾਨ ਯੂਨੀਅਨ ਟਕੌਂਦਾ, ਜਿਹੜਾ ਮਗਰ ਹੈ ਟਕੌਂਦਾ ਕਿਸੇ ਮਤਲਬ ਇੱਕ ਪਿੰਡ ਦਾ ਨਾਂ ਹੈ ਜਿਹੜਾ ਟੌਡੇ ਦੇ ਲਾਗੇ, ਉਸ ਸਾਡੇ ਮਤਲਬ ਮਰਹੂਮ ਆਗੂ ਦਾ ਜਿਹੜਾ ਬਹੁਤ ਸਾਡਾ ਪ੍ਰਧਾਨ ਸੀ ਪੰਜਾਬ ਦਾ, ਬਲਕਾਰ ਸਿੰਘ ਟਕੌਂਦਾ। ਉਹ ਇਹ ਜਿਹੜੀ ਨਾਭਾ ਤੋਂ ਭਵਾਨੀਗੜ੍ਹ ਨੂੰ ਸੜਕ ਜਾਂਦੀ ਹੈ, ਭਵਾਨੀਗੜ੍ਹ ਦੇ ਨੇੜੇ 2 ਪਿੰਡ ਨੇ ਬੀਮਬੜ ਤੇ ਮਾਝੀ। ਉੱਥੇ ਦੇਖੋ ਹੈਰਾਨਗੀ ਦੀ ਗੱਲ ਦੱਸੋ, ਇੰਡੀਅਨ ਬੁਲਸ ਨਾਂ ਦੀ ਇੱਕ ਫਾਈਨੈਂਸ ਕੰਪਨੀ ਆ, ਤੁਸੀਂ ਸਰਚ ਕਰਕੇ ਦੇਖ ਲਿਓ। ਅਸੀਂ ਤਾਂ ਆਈਟੀ ਤੇ ਸਾਰਾ ਕੁਝ ਰਿਹਾ, ਜਿਹਨੇ ਕਦੀ ਵੀ ਇਲੈਕਟ੍ਰਿਸਿਟੀ ਕੁਝ ਕੰਮ ਨਹੀਂ ਕੀਤਾ। ਬਾਦਲ ਦੀ ਸਰਕਾਰ ਵੇਲੇ ਔਰ ਕੁਦਰਤੀ ਉਹਦੀ ਜ਼ਮੀਨ ਦੇ ਜਿਹੜੇ ਮਾਲਕ ਸਨ, ਉਹਦਾ ਵੱਡਾ ਹਿੱਸਾ ਪਾਕਿਸਤਾਨ ਤੋਂ ਮਾਈਗ੍ਰੇਟ ਆ ਕੇ ਉਹਨਾਂ ਨੇ ਬਹੁਤ ਮੁਸ਼ਕਲ ਨਾਲ ਜ਼ਮੀਨ ਬਣਾਈ। ਉਹ ਬੱਚਾ ਸਾਡੇ ਉਸ ਪਿੰਡਾਂ ਦੇ ਲੋਕ ਕਹਿੰਦਾ ਸੀ ਅਸੀਂ ਜ਼ਮੀਨ ਥਰਮਲ ਵਾਲੀ ਸਰਵੇ ਕਰਦੇ, ਜ਼ਮੀਨ ਅਕਵਾਇਰ ਕਰਨ ਵਾਲੀ ਆਈ ਪੁਲਿਸ ਜਾਂ ਰੈਵਨਿਊ ਡਿਪਾਰਟਮੈਂਟ ਨੂੰ, ਉਹ ਥਰਮਲ ਉਹਨਾਂ ਨੇ ਬਦਲ ਲਿਆ। ਇੱਕ ਜਿਹੜੀ ਘੱਟ ਉਪਜਾਊ ਜ਼ਮੀਨ ਜਾਂ ਜਾੜੇ ਵਾਲੀ ਜਿਹੜੇ ਕਿਸਾਨ ਦੇਣਾ ਚਾਹੁੰਦੇ ਸਨ, ਡੇਰਾ ਜਿਹੜੀ ਰਾਜਪੁਰੇ ਤੋਂ ਬਰੂਡੂ ਜਿਹੜਾ ਖੱਬੇ ਹੱਥ ਸਰਹੰਦ ਦੇ ਵਿੱਚ ਕਿਹੋ ਜਿਹਾ ਏਰੀਆ ਸੀ ਜਿਹਦਾ ਪਾਣੀ ਬਹੁਤ ਡੂੰਘਾ ਸੀ, ਜਿੱਥੇ ਫਸਲ ਚੰਗੀ ਸੀ, ਉੱਥੇ ਉਹਨਾਂ ਨੇ ਜ਼ਮੀਨ ਲਈ। ਤੇ ਉਹ ਨਾਭਾ ਥਰਮਲ ਪਲਾਂਟ, ਅਜੇ ਵੀ ਤੁਸੀਂ ਜਦੋਂ ਰਾਜਪੁਰੇ ਤੋਂ ਚੰਡੀਗੜ੍ਹ ਜਾਓਗੇ ਤਾਂ ਉੱਥੇ ਤੁਹਾਨੂੰ ਐਰੋ ਲੱਗੋ 2 ਕਿਲੋਮੀਟਰ ਸਾਈਡ ਦੇ ਖੱਬੇ ਹੱਥ ਨਾਭਾ ਥਰਮਲ ਪਲਾਂਟ ਅਸੀਂ ਉੱਥੇ ਸ਼ਿਫਟ ਕਰਾਇਆ ਔਰ ਉਹਨਾਂ ਲੋਕਾਂ ਦੀ ਜ਼ਮੀਨ ਅਕਵਾਇਰ ਨਹੀਂ ਹੁੰਦੀ। ਇਹ ਸਿਰਫ ਤੇ ਸਿਰਫ ਸਾਡੀ ਇੱਕ ਜਥੇਬੰਦੀ ਨੇ ਇਕੱਲਿਆਂ ਨੇ ਸੰਘਰਸ਼ ਲੜਿਆ। ਇਹਦੇ ਵਿੱਚ ਅਸੀਂ ਕੋਈ ਸਾਂਝਾ ਸੰਘਰਸ਼ ਨਹੀਂ ਲੜਿਆ, ਅਸੀਂ ਇਕੱਲਿਆਂ ਨੇ ਲੜਿਆ ਔਰ ਜਿੱਤਿਆ। ਔਰ ਇੱਥੋਂ ਤੱਕ ਕਿ ਢੀਂਡਸਾ ਸਾਹਿਬ ਉਸ ਸੰਗਰੂਰ ਜ਼ਿਲ੍ਹੇ ਦੇ ਮੰਨੇ ਪਰਮੰਨੇ ਉਸ ਸਮੇਂ ਦੇ ਅਕਾਲੀਆਂ ਦੇ ਲੀਡਰ ਸਨ, ਉਹ ਕਦੇ ਸਾਰੇ ਸੰਘਰਸ਼ ਹੈ ਨਹੀਂ ਜਿੱਤਿਆ। ਇਹਦਾ ਪ੍ਰੈਜ਼ੀਡੈਂਟ ਅਧਿਕਾਰ ਵਰਤੇ ਜ਼ਮੀਨ ਅਕਵਾਇਰ ਦੀ ਨੋਟੀਫਿਕੇਸ਼ਨ ਹੋ ਗਈ, ਜ਼ਮੀਨ ਅਕਵਾਇਰ ਹੋਊਗੀ, ਇਹ ਜ਼ਮੀਨ ਅਕਵਾਇਰ ਨਹੀਂ ਹੁੰਦੀ ਸੀ। ਥਰਮਲਾਂ ਪ੍ਰਾਈਵੇਟ ਥਰਮਲਾਂ ਦੇ ਵਿਰੋਧ ਬਹੁਤ ਕੀਤੇ ਨੇ, ਸ਼ਾਨਾ ਮਤ ਇਤਿਹਾਸ ਕੀਤੇ ਨੇ, ਅਸੀਂ ਸਾਂਝੇ ਵੀ ਕੀਤੇ ਨੇ, ਅਗਰਾਹਾਂ ਵਾਲਿਆਂ ਨੇ ਵੀ ਕੀਤੇ ਨੇ, ਪਰ ਜ਼ਮੀਨ ਦੀ ਕੀਮਤ ਜ਼ਿਆਦਾ ਲੈ ਲਈ ਗਈ। ਕਿਤੇ ਜ਼ਮੀਨ ਦੇ ਬਦਲੇ ਜਿਨ੍ਹਾਂ ਦੀ ਜ਼ਮੀਨ ਸੀ ਉਹਨੂੰ ਨੌਕਰੀ ਦਵਾ ਕੇ ਗਈ। ਪਰ ਇਹ ਇੱਕ ਸਾਡਾ ਸੰਘਰਸ਼ ਐਸਾ ਹੈ ਜਿਹੜਾ BKU ਟਕੌਂਦਾ ਮਾਣ ਨਾਲ ਕਹਿੰਦੀ ਹੈ, ਸਾਡੀ ਜਥੇਬੰਦੀ ਅਸੀਂ ਮਾਣ ਨਾਲ ਕਹਿੰਦੇ ਹਾਂ, ਜਿਹੜਾ ਅਸੀਂ ਜ਼ਮੀਨ ਅਕਵਾਇਰ ਦੀ ਹੁੰਦੀ ਸੀ ਥਰਮਲ ਲਈ ਉਹਨਾਂ ਨੂੰ ਆਪਣੀ ਥਾਂ ਬਦਲ ਕੇ ਜਿਹੜੀ ਘੱਟ ਉਪਜਾਊ ਜ਼ਮੀਨ ਸੀ ਉੱਥੇ ਲੈ ਕੇ ਜਾਣਾ ਪਿਆ। ਜੇ ਕਿ ਸਾਨੂੰ ਤਾਂ ਇਹ ਆ ਕਿ ਥਰਮਲ ਪੰਜਾਬ 'ਚ ਲੱਗਣੇ ਨਹੀਂ ਚਾਹੀਦੇ, ਇੱਥੇ ਰਾਮ ਮਟੀਰੀਅਲ ਮਿਲਦਾ, ਜਿੱਥੇ ਰਾਮ ਮਟੀਰੀਅਲ ਮਿਲਦਾ ਉੱਥੋਂ ਲੈ ਜਾਓ। ਟਰਾਂਸਮਿਸ਼ਨ ਦਾ ਅੱਜ ਕੱਲ੍ਹ ਕੋਈ ਪ੍ਰੋਬਲਮ ਨਹੀਂ, ਇੱਕ ਸਟੈਂਟ ਦੇ ਵਿੱਚ ਉੱਥੋਂ ਲੈ ਸਕਦੇ, ਉੱਥੇ ਥਰਮਲ ਲੈ ਕੇ ਉੱਥੇ ਕੋਲ ਲੈ ਕੇ ਉੱਥੇ ਕਰ ਸਕਦੇ ਨੇ। ਇਹ ਸਾਰੇ ਇਹਨਾਂ ਦੇ ਮਤਲਬ ਲੁੱਟਣ ਲਈ ਕੋਲੇ ਦੀ ਮਾਈਨਸ ਵਾਲਿਆਂ ਦਾ, ਜੋ ਫਾਈਨੈਂਸ ਕਰਨ ਵਾਲਿਆਂ ਦਾ ਉਹ ਸਾਰਾ ਕੁਛ ਸੀ ਲੁੱਟ ਖੋਹ ਦਾ, ਜਿਹਦੇ ਭਾਅ ਤੇ ਇਹਨਾਂ ਨੇ ਐਗਰੀਮੈਂਟ ਕੀਤੇ ਨੇ, ਮਹਿੰਗੇ ਭਾਅ ਥਰਮਲਾਂ ਤੋਂ ਬਿਜਲੀ ਲੈ ਰਹੇ ਨੇ। ਪਰ ਉਹ ਅਸੀਂ ਥਰਮਲ ਨਾਲ ਲੱਗਣ ਨਹੀਂ ਦਿੱਤਾ। ਸੰਗਰੂਰ ਜ਼ਿਲ੍ਹੇ ਦੇ ਵਿੱਚ ਬੀਬੜ ਪਿੰਡ ਮਾਝੀ ਪਿੰਡ ਦੀ ਜ਼ਮੀਨ 1800 ਏਕੜ ਅਕਵਾਇਰ ਨਹੀਂ ਹੋਊਗੀ। ਇਹ ਸਾਡਾ ਅੱਜ ਤੋਂ 10 ਸਾਲ ਪਹਿਲਾਂ ਦਾ ਸੰਘਰਸ਼ ਜਿੱਤਿਆ ਸੰਘਰਸ਼। ਅੱਛਾ, ਮੇਰਾ ਇੱਕ ਅਗਲਾ ਸਵਾਲ ਤੁਹਾਡੇ ਤੋਂ ਹੈਗਾ ਕਿ ਆਮ ਤੌਰ ਤੇ ਨਾ ਕਿਹਾ ਜਾਂਦਾ ਕਿ ਮਤਲਬ ਲੋਕ ਭਾਵੇਂ ਕਿ ਉਹ ਤੁਹਾਡੇ ਹਮਦਰਦ ਨੇ, ਉਹ ਕਹਿੰਦੇ ਨੇ ਕਿ ਜਿੰਨੀਆਂ ਕਿਸਾਨ ਜਥੇਬੰਦੀਆਂ ਹੁਣ ਇਕੱਠੀਆਂ ਹੋਈਆਂ ਨੇ, ਇਹ ਕਿਸਾਨ ਜਥੇਬੰਦੀਆਂ ਇੱਕ ਕਿਉਂ ਨਹੀਂ ਹੋ ਜਾਂਦੀਆਂ। ਹੁਣ ਸਾਨੂੰ ਤਾਂ ਪਤਾ ਕਿ ਸਾਡੇ ਵਰਗੇ ਪੱਤਰਕਾਰਾਂ ਨੂੰ ਵੀ ਇਹਨਾਂ ਦੇ ਵਿੱਚ ਜਿਹੜੇ ਮਤਭੇਦ ਹੈਗੇ ਨੇ, ਉਹ ਮਤਭੇਦ ਜਿਹੜੇ ਹੈਗੇ ਨੇ ਉਹ ਵਿਚਾਰਧਾਰਕ ਮਤਭੇਦ ਨੇ, ਪਰ ਬਹੁਤੇ ਲੋਕ ਨਾ ਸਮਝਦੇ ਨੇ ਆਪਣਾ ਜਗਮੋਹਨ ਜੀ ਕਿ ਇਹ ਮਤਭੇਦ ਪੋਲੀਟੀਕਲ ਪਾਰਟੀਆਂ ਵਰਗੇ ਮਤਭੇਦ ਨੇ। ਮੰਨ ਲਓ ਕਿ ਜਿਵੇਂ ਅਕਾਲੀ ਕਾਂਗਰਸ ਦੇ ਹੋ ਗਏ, ਮੌਕਾ ਪ੍ਰਸਤੀ ਵਾਲੇ ਮਤਭੇਦ ਜਿਹੜੇ ਹੁੰਦੇ ਨੇ ਨਾ, ਜਿਹਨਾਂ ਦੀ ਵਿਚਾਰਧਾਰਾ ਜਾਂ ਕੋਈ ਆਰਥਿਕ ਆਧਾਰ ਨਹੀਂ ਹੁੰਦਾ। ਹੁਣ ਮੈਂ ਤੁਹਾਡੇ ਕੋਲੋਂ ਜਾਣਨਾ ਚਾਹੁੰਦਾ, ਜਿਹੜੇ ਜਥੇਬੰਦੀਆਂ ਦੇ ਵਿੱਚ ਵਿਚਾਰਾਂ ਦੇ ਫਰਕ ਹੈ, ਉਹਨਾਂ ਪਿੱਛੇ ਕੀ ਆਰਥਿਕ ਤੇ ਵਿਚਾਰਧਾਰਕ ਜਿਹੜੇ ਕਾਰਨ ਹੈਗੇ ਨੇ ਮੌਜੂਦ ਜੀ? ਦੇਖੋ ਇਹ ਤਾਂ ਪੱਕੀ ਗੱਲ ਹੈ, ਫਰਕ ਤਾਂ ਹੁੰਦਾ ਹੀ ਹੈ ਜੀ। ਸੋਸਾਇਟੀ ਨੂੰ ਅੰਡਰਸਟੈਂਡ ਕਰਨਾ, ਮਤਲਬ ਕਿ ਸੋਸਾਇਟੀ ਸੈਮੀ ਫਿਊਡਲ ਆ, ਅਗਲੇ ਸੈਕਟਰ ਦੇ ਵਿੱਚ ਕੈਪੀਟਲਿਜ਼ਮ ਦੀ ਡਿਵੈਲਪਮੈਂਟ ਹੋਊਗੀ ਕਿ ਨਹੀਂ ਹੋਊਗੀ, ਜਥੇਬੰਦੀ ਕਿਸਾਨਾਂ ਤੇ ਖੇਤ ਮਜ਼ਦੂਰਾਂ ਦੀ ਸਾਂਝੀ ਬਣਨੀ ਆ ਜਾਂ ਅੱਡ ਬਣਨੀ ਆ, ਇੱਥੇ ਮੋਡ ਆਫ ਪ੍ਰੋਡਕਸ਼ਨ ਕੈਪੀਟਲਿਜ਼ਮ ਹੈ ਜਾਂ ਫਿਊਡਲਿਜ਼ਮ ਹੈ। ਅੱਜ ਸਾਡੇ ਮੁੱਖ ਦੁਸ਼ਮਣ ਕਾਰਪੋਰੇਟ ਘਰਾਣਾ ਜਾਂ ਮਲਟੀਨੈਸ਼ਨਲ ਕੰਪਨੀਆਂ ਨੇ, ਜਾਂ ਫਿਰ ਮਤਲਬ ਜਾਂ ਫਿਰ ਇੱਥੋਂ ਦੇ ਫਿਊਡਲ ਨੇ। ਇਹਦੇ ਕਰਕੇ ਫਰਕਾਂ ਦੇ ਅਨੁਸਾਰ ਹੀ ਪ੍ਰੋਗਰਾਮ ਬਣੇ ਨੇ, ਐਲਾਨਨਾਮੇ ਬਣੇ ਨੇ, ਡੈਕਲੇਰੇਸ਼ਨ ਬਣੀ ਆ। ਫਿਰ ਵੱਡੀ ਗੱਲ, ਸਭ ਤੋਂ ਜ਼ਿਆਦਾ ਵੱਡੀ ਗੱਲ ਕਿਸਾਨ ਜਥੇਬੰਦੀ ਨੇ ਆਉਂਦੀ ਵੀ ਚੋਣਾਂ ਵੇਲੇ ਕੀ ਕਰੋ। ਜਿਵੇਂ ਸਾਡੇ ਸੰਵਿਧਾਨ 'ਚ ਲਿਖਿਆ,
ਸਾਡੀ ਕਿਸਾਨ ਸਾਡੇ ਬੀਕੀ ਟਕੌਂਦਾ ਦਾ ਕੋਈ ਵੀ ਬਲਾਕ ਪੱਧਰ ਦਾ ਮੈਂਬਰ ਜੇ ਉਹਨੇ ਕਿਤੇ ਵੀ ਸਰਪੰਚੀ ਦੀ ਚੋਣ ਵੀ ਲੜਨੀ ਹੈ ਤਾਂ ਉਹਨੂੰ ਆਪਦੀ ਮੈਂਬਰਸ਼ਿਪ ਤੋਂ ਰਿਜ਼ਾਈਨ ਕਰਨਾ ਪਊਗਾ। ਉਹ ਨਾ ਤਾਂ ਚੋਣ ਲੜ ਸਕਦਾ, ਨਾ ਕਿਸੇ ਦੀ ਉਹ ਸਪੋਰਟ ਕਰ ਸਕਦਾ। ਆਪ ਵੋਟ ਜਿਹਨੂੰ ਮਰਜ਼ੀ ਪਾਵੇ ਜਾਂ ਕਿਸੇ ਨੂੰ ਵੀ ਨਾ ਪਾਵੇ, ਬਾਈਕਾਟ ਕਰੇ ਵੀ ਮੈਂ ਕਿਸੇ ਨੂੰ ਵੋਟ ਨਹੀਂ ਪਾਉਣੀ, ਉਹਦੀ ਆਪਦੀ ਮਰਜ਼ੀ ਹੈ। ਪਰ ਜੇ ਇਲੈਕਸ਼ਨ ਜਾਂਦਾ ਤਾਂ ਸਾਡੇ ਜਥੇਬੰਦੀ ਨਾਲ ਉਹਦਾ ਕੋਈ ਵਾਸਤਾ ਨਹੀਂਗਾ, ਅਜੇ ਮੈਂਬਰ ਹੀ ਨਹੀਂਗਾ, ਉਹਦਾ ਰਹਿਣਾ ਦਾ ਵੱਖਰੀ ਗੱਲ ਹੈ। ਪਰ ਇੱਥੇ ਹੁਣ ਸਾਡੇ ਨਾਲ ਸਾਂਝੀਆਂ ਇੱਕ ਮੁੱਦੇ ਤੇ ਸਾਂਝੇ, ਅਸੀਂ ਜਥੇਬੰਦੀਆਂ ਨਾਂ ਨਹੀਂ ਲੈਣਾ ਚਾਹੁੰਦਾ, ਬਹੁਤ ਵੱਡੀਆਂ ਵੱਡੀਆਂ ਜਥੇਬੰਦੀਆਂ ਨੇ ਸਿੱਧੀਆਂ ਵੀ ਇਲੈਕਸ਼ਨ ਵਿੱਚ ਗਈਆਂ ਨੇ, ਟੇਢੇ ਢੰਗ ਨਾਲ ਕਿਸੇ ਨਾ ਕਿਸੇ ਦੀ ਸਪੋਰਟ ਵੀ ਕੀਤੀ ਆ। ਉਹ ਜਿਹੜੀਆਂ ਜਥੇਬੰਦੀਆਂ ਨੇ ਉਹ ਸਾਨੂੰ ਲੱਗਦਾ ਵੀ ਸਮੁੱਚੇ ਕਿਸਾਨੀ ਦੀ ਰਿਪਰੈਜ਼ੈਂਟੇਸ਼ਨ ਨਹੀਂ ਕਰਦੇ, ਕਿਉਂਕਿ ਜਦੋਂ ਅਸੀਂ ਇੱਕ ਪਿੰਡ ਦੀ ਦੇਖਦੇ ਹਾਂ, ਵਿਸ਼ਲੇਸ਼ਣ ਕਰਦੇ ਹਾਂ, ਤਾਂ ਉੱਥੇ ਦਲਿਤ ਭਾਈਚਾਰਾ, ਬਹੁਜਨ ਸਮਾਜ ਨਾਲ ਅਟੈਚ ਹੋ ਸਕਦਾ, ਕੋਈ ਕਾਂਗਰਸ ਨਾਲ ਅਟੈਚ ਹੋ ਸਕਦੇ ਨੇ, ਕੋਈ ਅਕਾਲੀ ਨਾਲ ਅਟੈਚ ਹੋ ਸਕਦੇ ਨੇ, ਕੋਈ ਆਮ ਆਦਮੀ ਪਾਰਟੀ ਨਾਲ ਅਟੈਚ ਹੋ ਸਕਦੇ ਨੇ, ਕੁਝ ਕਮਿਊਨਿਸਟ ਪੁਰਾਣੇ ਬੈਠੇ ਨੇ, ਅੱਡ ਕਮਿਊਨਿਸਟ ਪਾਰਟੀਆਂ 4-5 ਨੇ, ਉਹਨਾਂ ਨਾਲ ਅਟੈਚ ਨੇ। ਇਸ ਕਰਕੇ ਜੇ ਅਸੀਂ ਵੋਟਾਂ ਵਾਲੇ ਪਾਸੇ ਜਾਂਦੇ ਹਾਂ ਤਾਂ ਉਹ ਅਸੀਂ ਆਪਣੀ ਜਿਹੜੀ ਜਥੇਬੰਦੀ ਤਾਕਤ ਆ ਫੜਾਉਂਦੇ ਹਾਂ। ਇਹ ਨਹੀਂ ਸਿਰਫ ਤੇ ਸਿਰਫ ਕਿਸਾਨਾਂ ਦੀਆਂ ਜਮਾਤੀ ਤੇ ਤਬਕਾਤੀ ਮੰਗਾਂ ਨੂੰ ਲੈ ਕੇ ਲੜਨ ਲਈ ਹੀ ਜਥੇਬੰਦੀ ਨੂੰ ਕੰਮ ਕਰਨਾ ਚਾਹੀਦਾ। ਇਲੈਕਸ਼ਨਾਂ ਵੇਲੇ ਮੈਂ ਨਹੀਂ ਕਹਿੰਦਾ ਇਲੈਕਸ਼ਨਾਂ ਵੇਲੇ ਚੁੱਪ ਰਹੋ, ਇਲੈਕਸ਼ਨਾਂ ਵੇਲੇ ਕੋਈ ਵੱਡਾ ਲਟੇਰਾ ਜਿਵੇਂ ਕਿਸਾਨੀ ਹੁਣ ਅੱਜ ਮਜਬੂਰੀ ਬਣ ਗਈ ਸੀ। ਇਸ ਵਾਰੀ ਅਸੀਂ 5 ਸੂਬਿਆਂ 'ਚ ਜਾ ਕੇ ਇਹੋ ਐਲਾਨ ਕੀਤਾ, ਈਵਨ ਸਾਡੇ CPI CPM ਵਾਲੇ ਬੰਗਾਲ ਦੇ ਵਿੱਚ ਇਲੈਕਸ਼ਨ ਵੀ ਲੜ ਰਹੇ ਸੀ, ਉਹਨਾਂ ਨੂੰ ਕਹੇ ਤੁਸੀਂ ਸਟੇਜਾਂ ਤੋਂ ਨਹੀਂ ਬੋਲਣਾ, ਅਸੀਂ ਕੋਈ ਤੁਹਾਡੀ ਸਪੋਰਟ ਤੇ ਨਹੀਂ ਆਏ। ਅਸੀਂ ਸੰਯੁਕਤ ਮੋਰਚੇ ਨੂੰ ਇੱਕੋ ਗੱਲ ਕਹਿ ਕੇ ਆਏ ਹਾਂ, ਇਹ ਫਾਸਿਸਟ ਜਿਹੜਾ ਕਿਸੇ ਦੀ ਕੋਈ ਗੱਲ ਨਹੀਂ ਸੁਣਦਾ, ਮੋਦੀ ਜਿਹਦੀ BJP ਪਾਰਟੀ ਆ, ਉਹਨੂੰ ਹਰਾਓ। ਇਸ ਤਰ੍ਹਾਂ ਸਲੋਗਨ ਵੀ ਅਸੀਂ ਪਹਿਲੀ ਵਾਰ ਦਿੱਤਾ। ਇਸ ਤਰ੍ਹਾਂ ਸਲੋਗਨ ਦਿੱਤਾ ਜਾ ਸਕਦਾ ਜਿਹੜਾ ਕਿ ਬਹੁਤ ਹੀ ਹੱਦ ਕੀਤੀ ਹੋਵੇ, ਲੋਕ ਵਿਰੋਧੀ ਹੋਵੇ, ਉਹਨੂੰ ਹਰਾਓ, ਪਰ ਕਿਸੇ ਨੂੰ ਜਿਤਾਓ, ਕਿਸੇ ਦੀ ਸਪੋਰਟ ਕਰੋ। ਇਹ ਸਾਡੀ ਜਥੇਬੰਦੀ ਦਾ ਨਾਂ ਹੈਗਾ, ਨਾ ਅਸੀਂ ਇਕੱਲੇ ਕਰੀਏ, ਨਾ ਸਾਂਝੇ ਰੂਪ 'ਚ ਕਰੀਏ। ਤੁਹਾਡੇ ਵਿੱਚ ਆਰਥਿਕ ਮਤਭੇਦ ਜਿਹੜੇ ਹੈਗੇ ਨੇ ਉਹਦੇ ਬਾਰੇ ਸਮਝਾਓਗੇ ਕਿ ਕੁਝ ਇਹੋ ਜਿਹੀਆਂ ਜਥੇਬੰਦੀਆਂ ਜਿਹੜੀਆਂ ਕਿ ਕੌਮਾਂਤਰੀ ਜਿਹੜੇ ਵਪਾਰ ਸੰਸਥਾ ਦੇ ਹੱਕ ਦੇ ਵਿੱਚ ਨੇ, ਵਿਰੋਧ ਵਿੱਚ ਨੇ, ਉਹਦੇ ਬਾਰੇ ਥੋੜਾ ਜਿਹਾ ਜੇ ਦੱਸ ਸਕਦੇ ਹੋ ਤਾਂ। ਦੇਖੋ ਜੀ, ਇਸ ਵੇਲੇ ਜਿਹੜੀ 32 ਕਿਸਾਨ ਜਥੇਬੰਦੀਆਂ ਨੇ, ਉਹਨਾਂ ਦਾ ਜਿਹੜਾ ਕਨਸੈਪਟ ਆ ਉਹ ਮਤਲਬ ਇਸ ਮੁੱਦੇ ਨੂੰ ਲੈ ਕੇ ਜਿਹੜੇ ਕਾਰਪੋਰੇਟ ਘਰਾਣਿਆਂ ਦੀ ਸ਼ਹਿ ਉੱਤੇ ਕਾਰਪੋਰੇਟ ਘਰਾਣਿਆਂ ਨੂੰ ਥਾਲੀ 'ਚ ਪਰੌਂਠੇ ਬਣਾ ਕੇ 3 ਕਾਲੇ ਕਾਨੂੰਨ ਜਿਹੜੇ ਬਣਾਏ ਨੇ, ਔਰ ਉਹਨਾਂ ਦੇ ਪਿੱਛੇ ਸਾਮਰਾਜ ਦਾ ਹੱਥ ਆ। ਇਸ ਮੁੱਦੇ ਤੇ ਸਾਰੀਆਂ ਜਥੇਬੰਦੀਆਂ, ਚਾਹੇ ਕੋਈ ਛੋਟੀ ਹੈ ਚਾਹੇ ਕੋਈ ਵੱਡੀ ਆ, ਉਹ ਮਤਲਬ ਵਾਕਿਆ ਹੀ ਇਸ ਮੁੱਦੇ ਲਈ ਸਾਮਰਾਜ ਦੇ ਖਿਲਾਫ, ਵਿਸ਼ਵ ਵਪਾਰ ਸੰਸਥਾ ਦੇ ਖਿਲਾਫ, ਮਲਟੀਨੈਸ਼ਨਲ ਕੰਪਨੀਆਂ ਦੇ ਖਿਲਾਫ ਤੇ ਕਾਰਪੋਰੇਟ ਅਡਾਨੀ ਅੰਬਾਨੀ ਦੇ ਖਿਲਾਫ ਹੈ। ਤੇ ਔਰ ਹਿੰਦੂ ਤੋਂ ਬਹੁਤ ਫਾਸਿਸਟ ਤਾਨਾਸ਼ਾਹੀ ਰਵੱਈਆ ਜਿਹੜਾ BJP ਗਵਰਨਮੈਂਟ ਦਾ, ਉਹਦੇ ਵੀ ਵਿਰੁੱਧ ਹੈ। ਇਸ ਲਈ ਇਹ ਮਾਮਲਾ ਉਂਝ ਪਿਛਲੇ ਸਮੇਂ 'ਚ ਕੁਝ ਜਥੇਬੰਦੀਆਂ ਰਹੇ ਨੇ ਜਿਹਨਾਂ ਨੇ WTO ਦੇ ਹੱਕ 'ਚ ਲੇਖ ਵੀ ਲਿਖਦੇ ਰਹੇ ਨੇ, ਪਰ ਅੱਜ ਜੇ ਉਹ WTO ਦੇ ਅਗੇਂਸਟ ਸੰਘਰਸ਼ ਚਲੇ ਤਾਂ ਭੁੱਲਿਆ ਘਰ ਆ ਜਾਏ ਔਰ ਫਿਰ ਇੱਥੇ ਆ ਕੇ ਮਹੱਤਵਪੂਰਨ ਰੋਲ ਅਦਾ ਕਰਨਾ, ਸਾਨੂੰ ਗੱਲ ਨਹੀਂ ਲਾਉਣਾ ਚਾਹੀਦਾ, ਉਹਨੂੰ ਜੀਣਾ ਹੀ ਕਹਿਣਾ ਚਾਹੀਦਾ ਸਾਡੇ ਸੰਘਰਸ਼। ਅੱਛਾ, ਹੁਣ ਆਪਾਂ ਗੱਲ ਕਰਦੇ ਹਾਂ ਸਰ, ਜਿਹੜਾ ਤੁਹਾਡੇ ਸੰਯੁਕਤ ਮੋਰਚਾ ਇਹ ਬਣਿਆ ਹੋਇਆ, ਸੰਯੁਕਤ ਮੋਰਚੇ ਤੋਂ ਬਿਨਾਂ ਜਿਵੇਂ 32 ਜਾਂ 31 ਜਥੇਬੰਦੀਆਂ ਦਾ ਵੀ ਇੱਕ ਮੋਰਚਾ ਪੰਜਾਬ ਪੱਧਰ ਦਾ ਬਣਿਆ, ਕੀ ਕਾਰਨ ਹੈ ਕਿ ਠੀਕ ਹੈ ਤੁਸੀਂ ਘੱਟੋ ਘੱਟ ਮੁੱਦਿਆਂ ਉੱਤੇ ਇੱਕ ਹੋਏ ਹੋ, ਚੰਗੀ ਗੱਲ ਹੈਗੀ ਹੈ, ਸਾਨੂੰ ਦਿਖਦੀ ਹੈ ਏਕਤਾ, ਲੇਕਿਨ ਫਿਰ ਵੀ ਕਈ ਵਾਰ ਏਦਾਂ ਦੀਆਂ ਚੀਜ਼ਾਂ ਆਉਂਦੀਆਂ ਵੀ ਇੱਕ ਲੀਡਰ ਨੇ ਇੱਕ ਦੂਜੇ ਲੀਡਰ ਦੇ ਵਿਰੁੱਧ ਬਿਆਨ ਦੇ ਦਿੱਤਾ, ਉਹ ਫਿਰ ਮੀਡੀਆ ਵਿੱਚ ਆ ਜਾਂਦਾ ਵੀ ਤੁਸੀਂ ਇਹਨੂੰ ਅੰਦਰ ਖਾਤੇ ਕੋਈ ਇਸ ਤਰ੍ਹਾਂ ਦੀ ਆਪਣੀ ਅੰਡਰਸਟੈਂਡਿੰਗ ਕਿਉਂ ਨਹੀਂ ਬਣਾ ਪਾ ਰਹੇ ਵੀ ਭਾਈ ਅੰਦਰ ਭਾਵੇਂ ਜਿੰਨੀ ਮਰਜ਼ੀ ਲੜਾਈ ਹੋਵੇ, ਵੀ ਬਾਹਰ ਆ ਕੇ ਮੀਡੀਆ 'ਚ ਨਾ ਹੋਵੇ, ਉਹਦੇ ਵਿੱਚ ਸਫਲ ਕਿਉਂ ਨਹੀਂ ਹੋ ਸਕੇ ਅਜੇ ਤੱਕ? ਉਹ ਕੋਸ਼ਿਸ਼ ਤਾਂ ਕਰੀਦੀ ਹੈ ਜੀ, ਐਕਸ਼ਨ ਵੀ ਲਈਦਾ ਹੈ, ਪਰ ਉਹ ਨਹੀਂ ਹੋ ਸਕੇ। ਇਹਦੇ ਲਈ ਪੂਰਾ ਸਫਲ ਹੋਏ, ਪਰ ਕਾਫੀ ਹੱਦ ਤੱਕ ਸਫਲ ਹੋਏ। ਅਸੀਂ ਜਿਹੜੇ ਕੋਈ ਸਾਡੇ ਤੋਂ ਦੂਰ ਗਏ ਸਨ, ਉਹਨਾਂ ਨੂੰ ਫਿਰ ਨੇੜੇ ਗੱਲ ਲਾਇਆ, ਜਾਂ ਕੋਈ ਜੇ ਕਿਸੇ ਨੇ ਗਲਤੀ ਕੀਤੀ ਹੈ ਉਹਨੂੰ 5-6 ਦਿਨ ਲਈ ਸਸਪੈਂਡ ਕਰਕੇ ਵੀ ਤੂੰ ਸਟੇਜ 'ਤੇ ਨਹੀਂ ਬੋਲ ਸਕਦਾ, ਉਹ ਤੋਂ ਬਾਅਦ ਉਹਨੂੰ ਬਹਾਲ ਕਰਨ ਦਾ ਰਸਤਾ ਦਿੱਤਾ। ਕੋਈ ਇਹੋ ਜਿਹੀ ਗੱਲ ਨਹੀਂ ਜੀ, ਅਸੀਂ ਹਰ ਵੇਲੇ ਕੋਸ਼ਿਸ਼ ਰਹਿੰਦੇ ਹਾਂ ਵੀ ਯੂਨਿਟੀ ਆਫ ਥਾਟ ਰਵੇ। ਜੇ ਯੂਨਿਟੀ ਆਫ ਥਾਟ ਨਹੀਂ ਰਹੇਗਾ ਤਾਂ ਅਸੀਂ ਦੁਸ਼ਮਣ ਨਾਲ ਕਿਵੇਂ ਲੜਾਂਗੇ? ਵਿਚਾਰਾਂ ਦੀ ਸਾਂਝ ਤਾਂ ਬਹੁਤ ਜ਼ਰੂਰੀ ਹੈ। ਹੁਣ ਆਪਾਂ ਥੋੜਾ ਜਿਹਾ ਆਉਂਦੇ ਹਾਂ ਵੀ ਇੱਧਰ ਕਿ ਕਿਸਾਨੀ ਮਸਲੇ ਦੇ ਉੱਤੇ ਜਿਹੜੀ ਸਰਕਾਰ ਹੈ ਉਹ ਤਾਂ ਆਪਣੀ ਹੱਟ ਕਰੀ ਬੈਠੀ ਹੈਗੀ ਹੈ, ਠੀਕ ਹੈ, ਉਹ ਤਾਂ ਅਜੇ ਤੱਕ ਕੋਈ ਗੱਲਬਾਤ ਡਾਇਲੋਗ ਇੱਕ ਤਰ੍ਹਾਂ ਨਾਲ ਖਤਮ ਕੀਤਾ ਹੋਇਆ। ਹੁਣ ਤੁਹਾਨੂੰ ਇਹ ਸੰਘਰਸ਼ ਦਾ ਅਗਲਾ ਫਿਊਚਰ ਕੀ ਲੱਗਦਾ, ਜਾਂ ਅਗਲਾ ਤੁਹਾਡੀ ਜਥੇਬੰਦੀ ਦੀ ਜਾਂ ਤਮਾਮ ਜਿਹੜੀ ਸੰਯੁਕਤ ਮੋਰਚੇ ਦੀ ਰਣਨੀਤੀ ਅਗਲੀ ਕੀ ਹੋਏਗੀ? ਦੇਖੋ ਜੀ, ਇਹਨਾਂ ਨੂੰ ਸੇਕ ਲੱਗਾ 5 ਸਟੇਟਾਂ ਸਾਡਾ ਜਾਣ ਦਾ, ਕਿ 5 ਸਟੇਟਾਂ ਜਾ ਨਹੀਂ ਸਕੇ, 1 ਸਟੇਟ ਤੇ ਉਡਾਉ ਗਏ, 2 ਸਟੇਟਾਂ ਦੱਬ ਕੇ ਗਏ ਸੀ। ਜੇ ਮਤਲਬ ਉੱਤਰਾਖੰਡ ਤੇ ਯੂਪੀ ਜਿਹੜਾ ਹੈ ਉਹਦੇ 'ਚ ਇੱਕ ਤਾਂ ਪੰਜਾਬੀ ਲੋਕ ਵੀ ਬਹੁਤ ਨੇ, ਉਹ ਇੱਕ। ਦੂਜੀ ਗੱਲ ਵੀ ਪਿਛਲੇ ਸਮੇਂ 'ਚ ਵਧਾਈ ਹੈ ਕਣਕ ਦੀ ਵੱਢਣ ਤੋਂ ਬਾਅਦ,
ਇਸ ਕਰਕੇ ਸਾਨੂੰ ਇਹ ਲੱਗਦਾ ਵੀ ਜਿਹੜੇ ਹੁਣ ਉੱਤਰਾਖੰਡ ਤੇ ਯੂਪੀ ਦੇ ਚੋਣ ਆਉਣੀ ਆ ਉਹ ਸਾਡੇ ਲਈ ਵੀ ਚੈਲੰਜ ਨੇ ਵੀ ਉੱਥੇ ਮੋਦੀ ਦਾ ਸਫਾਇਆ ਕਰਨਾ, ਔਰ ਮੋਦੀ ਲਈ ਵੀ ਚੈਲੰਜ ਨੇ ਕਿ ਉਸ ਤੋਂ ਪਹਿਲਾਂ ਇਹ ਮਸਲੇ ਦਾ ਹੱਲ ਕਰਨਾ। ਨਹੀਂ ਤਾਂ ਇਹਨੂੰ ਯੂਪੀ ਚੋਂ ਜਿਹੜਾ ਕਿ 80 ਪਾਰਲੀਮੈਂਟ ਸੀਟਾਂ ਦੀ ਰਿਪਰੈਜ਼ੈਂਟੇਸ਼ਨ ਕਰਦਾ ਹੈ, ਉਹ ਤਕਰੀਬਨ ਇੱਕ ਛੋਟਾ ਭਾਰਤੀ ਆ, ਜਾਣੀ ਇੱਕ ਦੇਸ਼, ਇੱਕ ਸੂਬਾ ਨਹੀਂ ਗਾ, ਮਹਾਂਸੂਬਾ। ਤੇ ਅਸੀਂ ਉਹਦੇ ਲਈ ਤਿਆਰੀਆਂ ਸ਼ੁਰੂ ਕਰਤੀਆਂ ਨੇ। ਉਹਦੀ ਤਿਆਰੀਆਂ ਵਜੋਂ ਸਾਡੇ ਪਹਿਲੇ ਪੜਾਅ ਦੇ ਵਿੱਚ ਜਿਹੜਾ 2-4 ਦਿਨਾਂ ਚ ਫਰਾਈਡੇ ਨੂੰ ਫੈਸਲਾ ਹੋ ਜਾਏਗਾ ਕਿ ਜਿਵੇਂ ਬਾਈਕਾਟ ਬੀਜੇਪੀ ਵਾਲੇ ਦਾ ਕਰਨਾ ਹੈ, ਤੇ ਜਿਵੇਂ ਟੋਲ ਪਲਾਜ਼ਾ ਦੇ ਮਤਲਬ ਬੈਠਣਾ ਹੈ, ਤੇ ਜਿਹੜੇ ਵੱਡੇ ਹੈਗੇ ਨੇ ਮਲਟੀਨੈਸ਼ਨਲ ਕੰਪਨੀਆਂ ਦੇ ਸੈਂਟਰ, ਚਾਹੇ ਉਹਨਾਂ ਦੇ ਸਟੋਰ ਨੇ, ਚਾਹੇ ਉਹਨਾਂ ਦੇ ਸਿੱਲੋ ਨੇ, ਉਹਨਾਂ 'ਚ ਐਂਟਰੀ ਨਹੀਂ ਕਰਨ ਦੇਣੀ। ਇਹ ਅਸੀਂ ਕੰਮ ਉਹਨਾਂ ਦੇ ਇਲੈਕਸ਼ਨ ਡਿਕਲੇਅਰ ਤੋਂ ਪਹਿਲਾਂ ਹੀ ਕਰ ਦਾਂਗੇ, ਕਿਉਂਕਿ ਇਹ ਸਾਡਾ ਸੰਘਰਸ਼ ਦਾ ਹਿੱਸਾ ਹੀ ਆ ਕਿ ਬੀਜੇਪੀ ਦਾ ਵੱਧ ਤੋਂ ਵੱਧ ਵਿਰੋਧ ਕਰਨਾ, ਬੀਜੇਪੀ ਦੇ ਆਫਿਸਰਾਂ ਦਾ, ਬੀਜੇਪੀ ਦੇ ਮੰਤਰੀਆਂ ਦਾ, ਬੀਜੇਪੀ ਦੇ MLA ਦਾ, ਬੀਜੇਪੀ ਦੇ MPਆਂ ਦਾ, ਤੇ ਕਾਰਪੋਰੇਟ ਘਰਾਣੇ ਨਾਲ ਸੰਬੰਧਿਤ ਕੋਈ ਵੀ ਕਾਰੋਬਾਰ ਹੈ ਉਹਦਾ, ਇਹ ਅਸੀਂ ਯੂਪੀ ਤੇ ਉੱਤਰਾਖੰਡ ਦੇ ਵਿੱਚ ਆਉਣ ਵਾਲੇ ਦਿਨਾਂ 'ਚ ਸ਼ੁਰੂ ਕਰਾਂਗੇ। ਇਹ ਸਾਡਾ ਨੈਕਸਟ ਇਹ ਹੈਗਾ। ਇੱਕ ਮੇਰਾ ਸਵਾਲ ਇਹ ਹੈਗਾ ਕਿ ਜਿਵੇਂ ਮੰਨ ਲਓ ਕਿ ਇਹ 3 ਕਾਨੂੰਨ ਰੱਦ ਵੀ ਹੋ ਜਾਂਦੇ ਆ, ਇਹਦੇ ਨਾਲ ਥੋੜੀ ਜਿਹੀ ਰਾਹਤ ਤਾਂ ਚਲੋ ਮਿਲ ਜਾਂਦੀ ਆ, ਪਰ ਜਿਹੜਾ ਖੇਤੀ ਦਾ ਸੰਕਟ ਭਾਰਤ ਦੇ ਵਿੱਚ ਹੈ, ਉਹਦੀਆਂ ਜਿਹੜੀਆਂ ਜੜ੍ਹਾਂ ਤਾਂ ਕਿਤੇ ਹੋਰ ਨੇ ਨਾ, ਉਹਦਾ ਹੱਲ ਕੀ ਤੁਹਾਨੂੰ ਲੱਗਦਾ ਹੈਗਾ? ਮਤਲਬ ਜੋ ਖੇਤੀ ਸੰਕਟ ਮੌਜੂਦਾ ਭਾਰਤ ਦਾ ਹੈ, ਉਹਦੀਆਂ ਕੀ ਇਹ ਖੇਤੀ ਕਾਨੂੰਨਾਂ ਦੇ ਰੱਦ ਹੋਣ ਨਾਲ ਕਿੰਨੀ ਕੁ ਰਾਹਤ ਮਿਲੂਗੀ? ਤੇ ਮੇਰਾ ਮੰਨਣਾ ਹੈਗਾ ਕਿ ਇਹਦੀਆਂ ਜੜ੍ਹਾਂ ਕਿਤੇ ਹੋਰ ਨੇ। ਜਿਹੜਾ ਇੱਕ ਮਤਲਬ ਕਾਰਪੋਰੇਟ ਦੀ ਜਿਹੜੀ ਖੇਤੀਬਾੜੀ ਦਾ ਜਿਹੜਾ ਅਸੀਂ ਮਾਡਲ ਇੱਕ ਤਰ੍ਹਾਂ ਦਾ ਇਖਤਿਆਰ ਕੀਤਾ, ਮਾਡਲ ਦੇ ਵਿੱਚ ਨੇ, ਤੇ ਫਿਰ ਇਹਦਾ ਬਦਲ ਕੀ ਹੈ ਇਹਦਾ? ਅਸਲ ਜੀ ਤੁਸੀਂ ਬਹੁਤ ਹੀ ਡੂੰਘਾ ਸਵਾਲ ਕੀਤਾ। ਤੁਹਾਡੇ ਸਵਾਲ ਨੂੰ ਜੇ ਮੈਂ ਇਸ ਤਰ੍ਹਾਂ ਲਵਾਂ ਵੀ ਮੈਨੂੰ ਤੁਸੀਂ ਕਹਿ ਰਹੇ ਜੇ ਕਿ ਜਗਮੋਹਨ ਸਿੰਘ ਇਹ ਕਾਨੂੰਨ ਤਾਂ ਹੋਰ ਬਣੇ, ਇਹਦਾ 6 ਜੂਨ ਨੂੰ ਇਹਨਾਂ ਦੀ ਮਤਲਬ ਨੋਟੀਫਿਕੇਸ਼ਨ ਜਾਰੀ ਹੋਈ ਜਾਂ ਆਰਡੀਨੈਂਸ ਜਾਰੀ ਹੋਇਆ ਸੀ, ਅਜੇ ਸਾਲ ਲੰਘਿਆ ਤੇ ਇਹ ਕਾਨੂੰਨ ਹੋਲਡ ਵੀ ਨੇ, ਅਜੇ ਲਾਗੂ ਵੀ ਨਹੀਂ ਹੋਏ। ਤੇ ਜਿਹੜੀ ਮਤਲਬ ਖੇਤੀ ਦੇ ਵਿੱਚ ਸੁਸਾਈਡ ਦਾ ਰੇਟ ਸੀ ਜਾਂ ਖੇਤੀ ਘਾਟੇ ਵਾਲਾ ਸੰਦ ਸੀ, APMC ਲਾਗੂ ਸੀ ਮੰਡੀਆਂ ਦੇ ਵਿੱਚ, ਮਤਲਬ ਘੱਟੋ ਘੱਟ ਨਾਰਥਰਨ ਇੰਡੀਆ 2-3 ਸਟੇਟਾਂ ਦੇ ਸਾਨੂੰ MSP ਮਿਲਦੀ ਸੀ, ਇਹਦੇ ਬਾਵਜੂਦ ਵੀ ਮਤਲਬ ਖੇਤੀ ਖੇਤਰ ਦਾ ਮਾੜਾ ਹਾਲ ਸੀ। ਤਾਂ ਇਹ ਜੇ ਖਤਮ ਕਰ ਦਿੱਤੇ ਜਾਣ ਕਾਨੂੰਨ, ਤਾਂ ਫਿਰ ਖੇਤੀ ਖੇਤਰ ਦਾ ਹਾਲਤ ਕਿਵੇਂ ਚੰਗੀ ਹੋ ਜੂਗੀ? ਇਹ ਗੱਲ ਤੁਹਾਡੀ ਸੋਲਾਂ ਨੇ ਸਹੀ ਆ। ਖੇਤੀ ਖੇਤਰ ਨੂੰ ਸਾਮਰਾਜ ਮਲਟੀਨੈਸ਼ਨਲ ਕੰਪਨੀਆਂ ਬਹੁਤ ਕਈ ਤਰੀਕਿਆਂ ਦੇ ਨਾਲ ਲੁੱਟ ਦਾ ਸ਼ਿਕਾਰ ਲੰਮੇ ਸਮੇਂ ਤੋਂ ਬਣਾ ਰਹੀਆਂ ਸਨ, ਔਰ ਸਭ ਤੋਂ ਵੱਡੀ ਗੱਲ ਇਹ ਆ ਕਿ ਖੇਤੀ ਦੇ ਡਿਪੈਂਡੈਂਟ ਜਿਹੜੀ ਵੱਧਦੀ ਆ, ਉਹਦੀ ਗਿਣਤੀ ਵੱਧ ਰਹੀ ਆ, ਜੋਤਾਂ ਛੋਟੀਆਂ ਹੋ ਰਹੀਆਂ ਨੇ, ਜੋਤਾਂ ਛੋਟੀਆਂ ਉਹਨਾਂ ਨਾਲ ਪ੍ਰੋਫਿਟ ਘਟ ਰਿਹਾ ਹੈ। ਪ੍ਰੋਫਿਟ ਘਟਣ ਦੇ ਨਾਲ ਜਿਹੜਾ ਮੈਂ ਖੇਤੀ ਦੇ ਉੱਤੇ ਨਿਰਭਰ ਜਿਹੜੇ 60-65-66% ਲੋਕ ਨੇ, ਜਾਂ 70-72-75 ਵੀ ਨੇ ਕਈ ਸੂਬਿਆਂ ਦੇ ਵਿੱਚ, ਇਹਦੀ ਪਰਸੈਂਟੇਜ ਇੰਨੀ ਜ਼ਿਆਦਾ ਹੈ ਕਿ ਇਹਨੂੰ ਬਹੁਤ ਵੱਡੀ ਪੱਧਰ ਤੇ ਸਬਸਿਡੀ ਜਾਂ ਗ੍ਰਾਂਟ ਜਾਂ ਸਾਰਾ ਕੁਝ ਜਿਹੜਾ ਸੀ ਉਹ ਇਹਨਾਂ ਨੇ ਪਿਛਲੇ ਸਮੇਂ 'ਚ ਫਰਟੀਲਾਈਜ਼ਰ ਤੋਂ ਸਬਸਿਡੀ ਘਟਾਈ ਆ, ਬੀਜਾਂ ਤੋਂ ਸਬਸਿਡੀ ਘਟਾਈ ਆ, ਉਹ ਸਾਰਾ ਕੁਝ ਇਹਨਾਂ ਨੇ ਘੱਟ ਕੀਤਾ ਹੈ। ਇਸ ਲਈ ਉਹਦੇ ਵਿਰੁੱਧ ਅਸੀਂ ਸਵਾਮੀਨਾਥਨ ਕਮਿਸ਼ਨ ਦਾ ਰਿਪੋਰਟ ਨੂੰ ਬੰਦ ਕਿਤਾਬ ਰੱਖਤਾ। ਉਦੋਂ ਬਾਅਦ ਰਜੇਸ਼ ਕੁਮਾਰ ਨੇ ਹੋਰ ਵੀ ਵਧੀਆ ਦਿੱਤੀ ਰਿਪੋਰਟ ਵੀ ਭਾਅ ਦੇ ਉੱਤੇ ਹੋਰ ਵੱਧ ਦਿੱਤਾ ਜਾਵੇ। ਸਵਾਮੀਨਾਥਨ ਦਾ C2 ਵਾਲਾ ਇਹਨਾਂ ਨੇ ਵਿੱਚ ਨਹੀਂ ਮਾਮਲਾ ਕੀਤਾ। ਇਹਦੇ ਅਸੀਂ ਪਹਿਲਾਂ ਲੜ ਰਹੇ ਸੀ, ਉਹ ਸਾਡੀ ਲੜਾਈ ਫਿਰ ਵੀ ਜਾਰੀ ਰਹੂਗੀ। ਸਗੋਂ ਅਸੀਂ ਇੱਕ ਸਬਕ ਇਹ ਸਿੱਖਿਆ ਕਿ ਹੁਣ ਸਾਂਝੇ ਤੌਰ ਤੇ ਇਹਨਾਂ ਮੁੱਦਿਆਂ ਉੱਤੇ ਸਾਰੀਆਂ ਜਥੇਬੰਦੀਆਂ ਰਲ ਕੇ ਲੜਨਗੀਆਂ ਤਾਂ ਹੀ ਜਿੱਤਿਆ ਜਾ ਸਕਦਾ ਹੈ। ਮੋਦੀ ਸਰਕਾਰ ਨੂੰ ਤੁਹਾਡੇ ਨਾਲ ਚੈਲੰਜ ਵੀ ਆ, ਔਰ ਮੋਦੀ ਸਰਕਾਰ ਇਸ ਗੱਲ ਤੋਂ ਜਾਣੂ ਵੀ ਆ ਕਿ ਜੇ ਅਸੀਂ 3 ਕਾਨੂੰਨ ਰੱਦ ਕਰ ਦਾਂਗੇ ਔਰ MSP ਬਾਰੇ ਕੋਈ ਨਾ ਕੋਈ ਕਾਨੂੰਨ ਬਣਾ ਦਾਂਗੇ, ਇਹਨਾਂ ਦੀਆਂ ਸਮੱਸਿਆਵਾਂ ਖੇਤੀ ਖੇਤਰ ਦੀਆਂ ਬਹੁਤ ਗੁੰਝਲਦਾਰ ਨੇ, ਫਿਰ ਵੀ ਰਹਿਣਗੀਆਂ। ਤਾਂ ਇਹਨਾਂ ਨੇ ਫਿਰ ਲੜਨਾ ਹੈ, ਅਸੀਂ ਲੜਨਾ ਹੈ, ਸੰਘਰਸ਼ ਤਾਂ ਚੱਲਦੇ ਰਹਿਣਗੇ, ਪਰ ਉਹ ਸੰਘਰਸ਼ ਹੋਰ ਤਰ੍ਹਾਂ ਦੇ ਸਰ। ਇਹ ਜਿਵੇਂ ਇੱਕ ਬੰਦਾ ਅਧਮੋਇਆ ਪਿਆ ਹੁੰਦਾ, ਕੁੱਟਿਆ ਮਾਰਿਆ ਹੁੰਦਾ, ਉਹਦੇ ਸਿਰ ਦੇ ਵਿੱਚ ਬਹੁਤ ਵੱਡਾ ਗੰਡਾਸਾ ਮਾਰ ਕੇ ਵਿਚਕਾਰੋਂ ਸਿਰ ਪਾੜ ਦਿੱਤਾ ਜਾਂਦਾ ਹੈ। ਇਸ ਤਰ੍ਹਾਂ ਸਾਡੇ ਦੇ 3 ਕਾਨੂੰਨ ਆਏ ਨੇ। ਸਾਨੂੰ ਇਹ ਲੱਗਾ ਹੈਡ ਇੰਜਰੀ ਜਿਹੜੀ ਸਾਡੀ ਕਰਤੀ ਗਈ ਹੈ, ਜਿਹਦੇ ਸਾਡੇ ਮੌਤ ਦੇ ਵਾਰੰਟ ਜਿਹਨੂੰ ਅਸੀਂ ਕਹਿੰਦੇ ਸਾਨੂੰ ਮਾਰਨ ਲੱਗੇ ਨੇ, ਪਹਿਲਾਂ ਇਹਨਾਂ 3 ਕਾਨੂੰਨਾਂ ਨੂੰ ਰੱਦ ਕਰਾਈਏ, MSP ਦਾ ਕੁਝ ਬਣਾਈਏ, ਬਾਕੀ ਮੰਗਾਂ ਲਈ ਸੰਘਰਸ਼ ਜਾਰੀ ਰਹੇਗਾ, ਸੰਘਰਸ਼ ਜਾਰੀ ਰੱਖਣਾ ਪਊਗਾ। ਔਰ ਇਹਦੇ 'ਚ ਮੈਂ ਥੋੜਾ ਜਿਹਾ ਹੋਰ ਵਾਧਾ ਕਰ ਦੇਵਾਂ, ਇਹਦੇ ਨਾਲ ਹੀ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਉਹਨਾਂ ਨੂੰ ਬਹੁਤ ਹੀ ਰਚਨਾਤਮਕ ਢੰਗ ਨਾਲ ਪਿੰਡਾਂ ਨਾਲ ਜੋੜ ਕੇ ਸਾਂਝੀ ਖੇਤੀ, ਸਹਿਕਾਰੀ ਖੇਤੀ ਵਾਲੇ ਪਾਸੇ ਨੂੰ ਵੀ ਕਦਮ ਚੁੱਕਣੇ ਪੈਣਗੇ। ਆਪ ਅੱਗੇ ਲਾ ਕੇ ਸਿਰਫ ਇਕਨੋਮਿਕ ਡਿਮਾਂਡਸ ਵਾਲੇ ਪਾਸੇ ਹੀ ਨਹੀਂ ਰਹਿਣਾ ਪਊਗਾ। ਕੱਲ ਪਰਸੋਂ ਹੀ ਸਰਦਾਰਾ ਸਿੰਘ ਜੌਹਲ ਉਹਨਾਂ ਦਾ ਇੱਕ ਬਿਆਨ ਆਇਆ ਕਿ ਪੰਜਾਬ ਨੇ ਜੇ ਖੇਤੀ ਸੰਕਟ ਚੋਂ ਨਿਕਲਣਾ ਤਾਂ ਝੋਨੇ ਤੋਂ ਛੁਟਕਾਰਾ ਪਾਵੇ। ਤੁਸੀਂ ਇਹ ਬਿਆਨ ਨੂੰ ਕਿਵੇਂ ਦੇਖਦੇ ਹੋ? ਬਿਲਕੁਲ ਝੋਨੇ ਤੋਂ ਛੁਟਕਾਰਾ ਪਾਉਣਾ ਚਾਹੀਦਾ ਜੀ, ਔਰ ਡਾਇਵਰਸੀਫਿਕੇਸ਼ਨ ਹੋਣੀ ਚਾਹੀਦੀ ਹੈ। ਅਸੀਂ ਡਾਇਵਰਸੀਫਿਕੇਸ਼ਨ ਕੀਤੀ ਆ। ਪਿਛਲੀ ਵਾਰੀ ਮੱਕੀ ਸਾਡੀ ਰੁਲੀ ਆ, ਪਹਿਲਾਂ ਨਰਮਾ ਹਰ ਸਾਲ ਰੁਲਦਾ, ਕਾਟਨ ਕਾਰਪੋਰੇਸ਼ਨ ਆਉਂਦੀ ਨਹੀਂ ਮਾਰਕੀਟ ਦੇ ਵਿੱਚ,
ਸਨਫਲਾਵਰ ਵੀ ਰੋਲਦਾ। ਔਰ ਜਿਹੜੀਆਂ 23 ਫਸਲਾਂ ਦੀ MSP ਹੁੰਦੀ ਆ ਉਹ ਇੰਪਲੀਮੈਂਟ ਨਹੀਂ ਹੁੰਦੀ। ਇੰਪਲੀਮੈਂਟ ਸਿਰਫ ਪੈਡੀ ਤੇ ਵੀਟ ਦੀ, ਯਾਨੀ ਕਣਕ ਤੇ ਝੋਨੇ ਦੀ ਹੁੰਦੀ ਆ। ਇੱਥੋਂ ਤੱਕ ਕਿ ਸੈਂਟਰ ਗੌਰਮੈਂਟ ਨਹੀਂ, ਸਟੇਟ ਗੌਰਮੈਂਟ ਵੀ ਇਸ ਕਟਹਿਰੇ ਦੇ ਵਿੱਚ ਆ। 6-7 ਫੂਡ ਗ੍ਰੇਨ ਏਜੰਸੀਆਂ ਨੇ ਜਿਨ੍ਹਾਂ ਨੇ ਜਿਹੜੀ ਫਸਲ ਖਰੀਦਣੀ ਹੁੰਦੀ ਆ। ਕਿਸੇ ਵੀ ਫੂਡ ਗ੍ਰੇਨ ਏਜੰਸੀ ਨੂੰ ਇਹ ਨਹੀਂ ਕਹਿੰਦੀ ਵੀ ਤੁਸੀਂ ਬਲੂ ਪ੍ਰਿੰਟ ਬਣਾਓ ਵੀ ਇੰਨਾ ਸਨਫਲਾਵਰ PAU ਵਾਲਿਆਂ ਨੇ ਸਾਨੂੰ ਡਿਕਲੇਅਰ ਕੀਤਾ ਵੀ ਇੰਨਾ ਸਨਫਲਾਵਰ ਦੀ ਪ੍ਰੋਡਕਸ਼ਨ ਪੰਜਾਬ 'ਚ ਹੋਊਗੀ, ਅਸੀਂ ਸਨਫਲਾਵਰ ਖਰੀਦਾਂਗੇ, ਅਸੀਂ ਉਹਨੂੰ ਸਟੋਰ ਕਰਾਂਗੇ, ਅਸੀਂ ਤੁਹਾਨੂੰ ਦੇਵਾਂਗੇ, ਸਾਨੂੰ ਉਹਦੀ ਕੈਸ਼ ਕ੍ਰੈਡਿਟ ਦਿਓ ਜਿਵੇਂ ਕਣਕ ਦੇ ਝੋਨੇ ਦੀ ਲੈਂਦੇ ਆ। ਇਹ ਗਵਰਨੈਂਸ ਦੇ ਪੱਖ ਤੋਂ ਪੰਜਾਬ ਸਰਕਾਰਾਂ ਦਾ, ਸੂਬਾ ਸਰਕਾਰਾਂ ਦਾ ਬਹੁਤ ਮਾੜਾ ਹਾਲ ਆ। ਸੈਂਟਰ ਗਵਰਨਮੈਂਟ ਦਾ ਵੀ ਐਗਰੀਕਲਚਰ ਕਾਸਟ ਐਂਡ ਪ੍ਰਾਈਸ ਕਮਿਸ਼ਨ ਜਿਹੜਾ ਹੈ ਉਹ ਮਤਲਬ ਇੱਕ ਜਿਵੇਂ ਕਿਸੇ ਨੂੰ ਮਤਲਬ ਸੁਪਨੇ ਦਿਖਾਉਣਾ ਹੁੰਦਾ, 23 ਫਸਲਾਂ ਦੇ ਭਾਅ ਲਾਣ ਦਿੰਦੀ ਆ, ਖਰੀਦੀ ਤਾਂ 2 ਆ, ਜਾਂ ਕਿਤੇ ਨਾ ਕਿਤੇ ਕੋਈ ਥੋੜੀ ਬਹੁਤੀ ਛੋਟੀ ਮੋਟੀ ਫਸਲ ਕੋਈ ਨਾ ਕੋਈ ਜ਼ੋਰ ਦੇ ਕੇ ਜਾਂ ਇਹਨਾਂ ਦੀ ਲੋੜ ਹੁੰਦੀ ਹੈ ਦਾਲਾਂ ਦੂਲਾਂ ਖਰੀਦ ਲੈਂਦੀ ਆ। ਸਾਨੂੰ ਇਹ ਲੱਗਦਾ ਕਿ ਡਿਵਰਸੀਫਿਕੇਸ਼ਨ ਵਿੱਚ ਮਸਟ ਜ਼ਰੂਰ ਚਾਹੀਦੀ ਹੈ, ਚਾਹੇ ਇਹਨਾਂ ਕਾਨੂੰਨਾਂ ਨੂੰ ਰੱਦ ਕਰਨ ਦੇ ਦੌਰਾਨ ਹੀ ਸਾਡੇ ਨਾਲ ਇਸ ਗੱਲ ਤੋਂ ਸਮਝੌਤਾ ਕਰਨ। ਔਰ ਅਸੀਂ ਇਸ ਗੱਲ ਦੀ ਪ੍ਰਪੋਜ਼ਲ ਵੀ ਦਿੱਤੀ ਆ, ਪਰ ਡਿਵਰਸੀਫਿਕੇਸ਼ਨ ਦਾ ਮਤਲਬ ਇਹ ਵੀ ਜਿਹੜੀਆਂ ਫਸਲਾਂ ਬੀਜਾਂਗੇ ਉਹਨਾਂ ਦੀ ਸਿਰਫ MSP ਨਹੀਂ ਚਾਹੀਦੀ, ਉਹਨਾਂ ਦੀ ਪ੍ਰੋਕਿਊਰਮੈਂਟ, ਉਹਨਾਂ ਦੀ ਖਰੀਦ ਹਰ ਹੀਲੇ ਹੋਵੇ, ਉਹਦੇ ਚੋਂ ਆਮਦਨ ਘੱਟੋ ਘੱਟ ਜਿੰਨੀ ਸਾਨੂੰ ਝੋਨੇ ਨੇ ਕਣਕ ਚੋਂ ਆਮਦਨ ਹੁੰਦੀ ਹੈ ਉਹ ਤੋਂ ਵੱਧ ਆਮਦਨ ਹੋਵੇ। ਇਹ ਹਰ ਪੱਖ ਤੋਂ, ਮਨੁੱਖਤਾ ਦੇ ਪੱਖ ਤੋਂ, ਵਾਤਾਵਰਨ ਦੇ ਪੱਖ ਤੋਂ, ਪਾਣੀ ਥੱਲੇ ਜਿਹੜਾ ਜਾ ਰਿਹਾ ਉਹਦੇ ਪੱਖ ਤੋਂ, ਬਿਮਾਰੀਆਂ ਦੇ ਪੱਖ ਤੋਂ, ਝੋਨੇ ਵਾਲਾ ਏਰੀਆ ਜਿਹੜਾ ਹੈ ਉਹ ਝੋਨੇ ਦੇ ਥੱਲੇ ਨਿਕਲਣਾ ਚਾਹੀਦਾ ਹੈ ਔਰ ਬੜੀ ਤੇਜ਼ੀ ਨਾਲ ਨਿਕਲਣਾ ਚਾਹੀਦਾ ਹੈ। ਅਸੀਂ ਇਹਦੇ ਪੂਰੇ ਪੱਖ। ਇੱਕ ਹੁਣੀ ਪੰਜਾਬ ਦੇ ਵਿੱਚ ਆ ਜਿਹੜਾ ਝੋਨੇ ਦਾ ਜਿਹੜਾ ਹੁਣ ਸੀਜ਼ਨ ਆਉਂਦਾ ਨਾ ਇਹਦੇ ਵਿੱਚ ਹੁਣ ਤੁਹਾਨੂੰ ਪਤਾ ਵੀ ਕੁਝ ਦਿਨ ਪਹਿਲਾਂ ਖਬਰਾਂ ਆਈਆਂ ਨੇ ਵੀ ਜਿਹੜੀ ਲਾਗਤ ਹੈ, ਜਿਹੜੇ ਆਪਣੇ ਖੇਤ ਮਜ਼ਦੂਰ ਹੈਗੇ ਨੇ ਉਹਨਾਂ ਦਾ ਘੱਟੋ ਘੱਟ ਰੇਟ ਉਜਰਤ ਕਰ ਦਿੱਤੀ ਗਈ ਹੈ ਵੀ ਇੰਨੇ ਰੁਪਏ ਤੋਂ ਵੱਧ ਤੁਹਾਨੂੰ ਜਿਹੜਾ ਹੈਗਾ ਲਵਾਈ ਦਾ ਦੇਣਾ ਨਹੀਂ ਹੈਗਾ। ਇਹ ਪਿਛਲੇ ਸਾਲ ਵੀ ਹੋਇਆ। ਅਨਾਉਂਸਮੈਂਟਾਂ ਹੁੰਦੀਆਂ, ਫਿਰ ਬਾਈਕਾਟ ਦੀਆਂ ਅਨਾਉਂਸਮੈਂਟਾਂ ਹੁੰਦੀਆਂ। ਅਸੀਂ ਹੁਣ ਦੇਖਦੇ ਹਾਂ ਕਿ ਇਸ ਕਿਸਾਨੀ ਸੰਘਰਸ਼ ਦੇ ਵਿੱਚ ਹਾਲੇ ਵੀ ਜੋ ਮਜ਼ਦੂਰ ਤਬਕਾ ਨਾ ਜਿਹੜਾ ਉਹਦੀ ਗਿਣਤੀ ਹਾਲੇ ਘੱਟ ਹੈ ਜਾਂ ਦਲਿਤ ਭਾਈਚਾਰੇ ਦੀ, ਜੇ ਪੰਜਾਬ ਦੇ ਐਂਗਲ ਤੋਂ ਗੱਲ ਕਰੀਏ। ਪਰ ਇਸ ਤਰ੍ਹਾਂ ਦੀਆਂ ਗੱਲਾਂ ਆਉਣੀਆਂ ਵੀ ਕਿਸਾਨਾਂ ਦੇ ਵੱਲੋਂ ਆਪਣੇ ਮਾਲਵੇ ਵਿੱਚ ਅਨਾਉਂਸਮੈਂਟਾਂ ਹੋਣੀਆਂ, ਇਹ ਸਾਰੇ ਨੂੰ ਤੁਸੀਂ ਕਿਵੇਂ ਦੇਖਦੇ ਹੋ ਕਿ ਇਹਦੇ ਲਈ ਜਿਹੜਾ ਖਾਸ ਕਰਕੇ ਸੰਯੁਕਤ ਮੋਰਚੇ ਨੇ ਕੋਈ ਆਪਣੇ ਵੱਲੋਂ ਇਹ ਚੁੱਕਿਆ ਵੀ ਇਹ ਜਿਹੜਾ ਪਾੜ ਨਾ ਪਵੇ, ਕਿਉਂਕਿ ਕਈ ਇਹੋ ਜਿਹੀਆਂ ਤਾਕਤਾਂ ਫਿਰਦੀਆਂ ਨੇ ਜੋ ਚਾਹੁੰਦੀਆਂ ਨੇ ਕਿ ਕਿਸਾਨਾਂ ਤੇ ਮਜ਼ਦੂਰਾਂ ਦੇ ਵਿੱਚ ਪਾੜ ਪਵੇ। ਇਹ ਪਿਛਲੇ ਸਾਲ ਵੀ ਹੋਇਆ ਤੇ ਐਤਕੀ ਵੀ ਹੁਣ ਅਨਾਉਂਸਮੈਂਟਾਂ ਹੋਣ ਲੱਗੀਆਂ ਨੇ। ਦੇਖੋ, ਜਿਸ ਤੱਕ ਮੈਂ ਤਾਂ ਥੋੜਾ ਸੰਯੁਕਤ ਮੋਰਚੇ ਵੱਖਰਾ ਬੋਲੂੰਗਾ ਵੀ ਜਿਸ ਤੱਕ ਸਮਾਜਿਕ ਤੌਰ ਤੇ ਔਰ ਜਮਾਤੀ ਤੌਰ ਤੇ ਇੱਕ ਵਖਰੇਵਾ ਇਹ ਤਾਂ ਹੈ ਹੀ ਆ ਦਲਤਾਂ ਦੇ ਵਿੱਚ। ਔਰ ਕਿਸਾਨ ਦੀ ਜਿਹੜੀ ਜ਼ਮੀਨ ਦੀ ਓਨਰਸ਼ਿਪ ਕਾਸਤਾਂ ਨੇ, ਚਾਹੇ ਕਮੋਡ ਹੈ, ਚਾਹੇ ਰਾਸਕ ਨੇ, ਚਾਹੇ ਉਹ ਖੱਤਰੀ ਨੇ, ਚਾਹੇ ਰੋੜੇ ਨੇ, ਚਾਹੇ ਜੱਟ, ਮੇਨਲੀ ਜੱਟ ਨੇ। ਪਰ ਇਹਦੇ ਬਾਵਜੂਦ ਵੀ ਕਿਸਾਨ ਆਰਗੇਨਾਈਜੇਸ਼ਨ ਦੀ ਚੇਤਨਾ ਔਰ ਜਿਸ ਤਰ੍ਹਾਂ ਦੇ ਅਸੀਂ ਗਾਂਹ ਵਧੂ ਵਿਚਾਰਾਂ ਨੂੰ ਅਪਣਾਏ ਹੋਏ ਹਾਂ, ਸਾਡੀ ਹਮੇਸ਼ਾ ਇਹ ਕੋਸ਼ਿਸ਼ ਰਹਿੰਦੀ ਆ ਕਿ ਜੇ ਕਿਤੇ ਇਸ ਕਿਸਮ ਦੀ ਝਗੜਾ ਹੁੰਦਾ ਹੈ ਉਹ ਪਿੰਡ ਇਕਾਈ ਨੂੰ ਵੀ ਦਿੱਤਾ ਨੇ, ਬਲਾਕ ਕਮੇਟੀ ਵੀ ਦਖਲਅੰਦਾਜ਼ੀ ਕਰਦੀ ਹੈ, ਈਵਨ ਸੂਬਾ ਕਮੇਟੀ ਲੀਡਰਸ਼ਿਪ ਵੀ ਦਖਲਅੰਦਾਜ਼ੀ ਕਰਦੀ ਹੈ ਕਿ ਉਹ ਤੁਸੀਂ ਮਜ਼ਦੂਰ ਦੇ ਪੱਖ 'ਚ, ਦਲਿਤ ਦੇ ਪੱਖ 'ਚ ਖੜੇ ਹੋ ਕੇ ਉੱਥੇ ਹਾਂ ਦਾ ਨਾਰਾ ਮਾਰੋ ਔਰ ਉੱਥੇ ਸਮਝੌਤਾ ਕਰਾਓ, ਨਾ ਕਿ ਇਹਨਾਂ ਦੀ ਕੰਟਰਡਿਕਸ਼ਨ ਵਧਣ ਦਿਓ। ਉਹਨਾਂ ਨੂੰ ਦੱਸੋ ਕਿ ਇਹ ਜਿਹੜੀ ਲੁੱਟ ਅਸਲ ਸਾਮਰਾਜ ਕਰਦਾ ਉਸ ਲੁੱਟ ਤੋਂ ਸਾਨੂੰ ਬਹੁਤ ਘੱਟ ਮਿਲਦਾ, ਇਸ ਕਰਕੇ ਤੁਹਾਨੂੰ ਤਾਂ ਹੋਰ ਜ਼ਿਆਦਾ ਘੱਟ ਮਿਲਦਾ। ਇਹ ਅਸੀਂ ਵੱਧ ਤੋਂ ਵੱਧ ਕੋਸ਼ਿਸ਼ ਕਰਦੇ ਹਾਂ ਔਰ ਇਹਦੇ ਵਿੱਚ ਕਾਮਯਾਬ ਹੋਏ ਹਾਂ। ਪਰ ਉਹ ਇੰਨੀ ਵੱਡੀ ਕਾਮਯਾਬੀ ਨਹੀਂ ਮਿਲੀ ਜਿੱਡਾ ਵੱਡਾ ਸੰਯੁਕਤ ਮੋਰਚਾ ਸੀ, ਜਿਵੇਂ ਇਹਨੂੰ ਮਤਲਬ ਕਈ ਦੇਸ਼ਾਂ ਦੇ ਪਾਰਲੀਮੈਂਟ ਮੈਂਬਰਾਂ ਤੋਂ ਜਾਂ ਕਈ ਦੇਸ਼ਾਂ ਦੇ ਪ੍ਰਧਾਨ ਮੰਤਰੀਆਂ ਤੋਂ ਲੈ ਕੇ ਉੱਥੋਂ ਦੀਆਂ ਜਿਹੜੀਆਂ ਸਵੀਪਰਾਂ ਦੀਆਂ ਜਥੇਬੰਦੀਆਂ ਸਨ ਉਹਨਾਂ ਦੀ ਸਪੋਰਟ ਆਈ ਆ, ਉਵੇਂ ਅਸੀਂ ਦਲਿਤ ਜਾਂ ਪੰਜਾਬ ਦੇ ਮਜ਼ਦੂਰ ਭਾਈਚਾਰੇ ਦੀ ਜਥੇਬੰਦਕ ਤਾਕਤ ਨੂੰ ਵੀ ਲਗਾਤਾਰ ਆਪਦੇ ਨਾਲ ਨਹੀਂ ਲੈ ਸਕੇ। ਅਸੀਂ ਅਸਫਲ ਹਾਂ। ਇਹ ਸਫਲਤਾ ਲਿਆਉਣ ਲਈ ਸਾਨੂੰ ਹੋਰ ਕੋਸ਼ਿਸ਼ਾਂ ਜਤਾਉਣੀਆਂ ਪੈਣੀਆਂ। ਪਰ ਜੇ ਆਪਾਂ 32 ਜਥੇਬੰਦੀਆਂ ਜਾਂ 31 ਜਥੇਬੰਦੀਆਂ ਜੋ ਪੰਜਾਬ ਦੀਆਂ, ਇਹਦੇ ਵੱਲੋਂ ਇਹਨਾਂ ਦਾ ਵੀ ਇੱਕ ਅਲੱਗ ਜਿਹੜਾ ਫਰੰਟ ਬਣਿਆ ਹੋਇਆ ਨਾ, ਇਹਨਾਂ ਵੱਲੋਂ ਕੋਈ ਏਦਾਂ ਦੀ ਕੋਸ਼ਿਸ਼ ਹੋ ਰਹੀ ਹੈ ਜਾਂ ਆਉਂਦੇ ਦਿਨਾਂ ਦੇ ਵਿੱਚ ਵੀ ਆ ਜਿਹੜਾ ਪਾੜਾ ਵਾ, ਤਾਜ਼ਾ ਜਿਹੜਾ ਮੁੱਦਾ ਆਇਆ ਵਾ ਵੀ ਝੋਨੇ ਦੀ ਲਵਾਈ ਵਾਲੇ ਮੁੱਦੇ ਦੇ ਉੱਤੇ, ਵੀ ਇਹਦੇ ਵਿੱਚ ਪਾੜਾ ਨਾ ਵਧੇ, ਇਹਦੇ ਲਈ ਕੋਈ ਤੁਸੀਂ ਆਪਸ ਵਿੱਚ ਰਲ ਕੇ ਕੋਈ ਯਤਨ ਕਰ ਰਹੇ ਹੋ? ਹਾਂਜੀ, ਸਾਡੀ ਪਰਸੋਂ ਸਟੇਟ ਕਮੇਟੀ ਦੀ ਮੀਟਿੰਗ ਸੀ, ਉਹਦੇ 'ਚ ਸਾਡਾ ਪੈਰਾਗ੍ਰਾਫ ਗਿਆ ਕਿ ਨਾ ਤਾਂ ਸਰਕਾਰ ਕੋਈ ਨਿਸ਼ਚਿਤ ਕਰੇ ਤੇ ਨਾ ਹੀ ਕੋਈ ਪਿੰਡ ਨਿਸ਼ਚਿਤ ਕਰੇ ਤੇ ਨਾ ਹੀ ਦਲਿਤ ਭਾਈਚਾਰਾ ਨਿਸ਼ਚਿਤ ਕਰੇ। ਇਹ ਬਾਰਗੇਨਿੰਗ ਹੈ, ਓਪਨ ਮਾਰਕੀਟ ਹੈ। ਕਿਸੇ ਪਿੰਡ 'ਚ 3200 ਰੁਪਏ ਕਿੱਲਾ ਵੀ ਚੱਲਦਾ, ਕਿਸੇ ਪਿੰਡ 'ਚ 2200 ਰੁਪਏ ਕਿੱਲਾ ਵੀ ਚੱਲਦਾ ਝੋਨੇ ਦੀ ਲਵਾਈ। ਇਹ ਪਹਿਲਾਂ ਵੀ ਮਤਲਬ ਸਮਾਜਿਕ ਤੌਰ ਤੇ ਪਿੰਡ ਵਿੱਚ ਬੈਠ ਕੇ ਸਮਝੌਤਾ ਹੋ ਜਾਂਦਾ ਰਿਹਾ, ਪਿੰਡ 'ਚ ਬੈਠ ਕੇ ਸਮਝੌਤੇ ਕੀਤੇ ਜਾਣ। ਇਹਨੂੰ ਝਗੜੇ ਦੇ ਰੂਪ 'ਚ ਤੱਕ ਨਹੀਂ ਲੈ ਕੇ ਆਉਣਾ ਚਾਹੀਦਾ, ਸਗੋਂ ਦਲਿਤ ਭਾਈਚਾਰੇ ਨੂੰ ਕਹਿਣਾ ਚਾਹੀਦਾ ਵੀ ਛੇਤੀ ਝੋਨਾ ਲਾਓ ਸਾਡਾ, ਆਪਾਂ ਰਲ ਮਿਲ ਕੇ ਕੰਮ ਕਰੀਏ, ਸਾਡੇ ਨਾਲ ਚੱਲੋ, ਉਹਨਾਂ ਨੂੰ ਨਾਲ ਲਿਆਓ।
ਦਲਿਤ ਭਾਈਚਾਰਾ ਉਹਦਾ ਅਸੀਂ ਇੱਥੇ ਬਹੁਤ ਕੀਤਾ, ਅੰਬੇਦਕਰ ਦਿਵਸ ਮਨਾਇਆ, ਉਦੋਂ ਮਜ਼ਦੂਰਾਂ ਨੂੰ ਸਮਰਪਿਤ ਸੀ। ਸਿਰਫ ਮਜ਼ਦੂਰਾਂ ਕੋਲ ਸਟੇਜ ਸਨ, ਸਾਡੀਆਂ 5 ਸਟੇਜਾਂ ਉਹਨਾਂ ਦੇ ਹੀ ਬੁਲਾਰੇ ਬੋਲੇ ਸਨ। ਇਸ ਕਰਕੇ ਅਸੀਂ ਦਿਨ ਮਈ ਦੇ ਅਸੀਂ ਜਿਹੜੇ ਇੰਡਸਟਰੀਅਲ ਵਰਕਰ ਹੈ ਉਹਨਾਂ ਨੂੰ ਸਟੇਜਾਂ ਦਿੱਤੀਆਂ ਸਨ। ਅਸੀਂ ਵੱਲੋਂ ਆਪਦੇ ਵੱਲੋਂ ਕੋਸ਼ਿਸ਼ਾਂ ਜਤਾ ਰਹੇ ਹਾਂ, ਪਰ ਇਹ ਕੋਸ਼ਿਸ਼ਾਂ ਸਮੂਹਿਕ ਕਰੀ ਦੇ ਔਰ ਸੀਮਿਤ ਨੇ। ਹੋਰ ਬਹੁਤ ਡੂੰਘੀਆਂ ਮਤਲਬ ਤੇ ਏਜੰਡਾ ਲੈ ਕੇ ਬਹੁਤ ਚੰਗੀ ਤਰ੍ਹਾਂ ਇਹਨਾਂ ਦਾ ਭਾਈਚਾਰਕ ਸਾਂਝ ਹੋਣੀ ਚਾਹੀਦੀ ਆ, ਕਿਉਂਕਿ ਲਟੇਰੀਆਂ ਜਮਾਤਾਂ ਜਿਹੜੀਆਂ ਵੀ ਵੱਡੇ ਸ਼ਾਹੂਕਾਰ ਨੇ, ਵੱਡੇ ਘਰਾਣੇ ਨੇ, ਵੱਡੇ ਸਰਮਾਏਦਾਰ ਨੇ, ਜਾਂ ਆਪਾਂ ਕਾਰਪੋਰੇਟ ਘਰਾਣੇ ਕਹਿ ਦਈਏ, ਜਾਂ ਉਹਨਾਂ ਦੇ ਪ੍ਰਭੂ ਮਲਟੀਨੈਸ਼ਨਲ ਕੰਪਨੀਆਂ, WTO ਆ ਜਾਂ ਸਾਮਰਾਜ ਆ, ਉਹ ਸਾਡਾ ਸਾਰਿਆਂ ਦਾ ਸਾਂਝਾ ਦੁਸ਼ਮਣ ਆ। ਛੋਟੇ ਮੁਲਾਜ਼ਮ ਦਾ, ਛੋਟੇ ਕਾਰੀਗਰ ਦਾ, ਖੇਤ ਮਜ਼ਦੂਰ ਤੇ ਕਿਸਾਨ ਦਾ ਤਾਂ ਹੈ ਹੀ ਹੈ। ਇਵਨ ਹੁਣ ਤਾਂ ਮੁਲਾਜ਼ਮਾਂ ਦਾ ਵੀ ਕਹਿ ਲਈਏ, ਕਿਉਂਕਿ ਮੁਲਾਜ਼ਮ ਜਿਹੜੀਆਂ ਵੱਡੀਆਂ ਤਨਖਾਹਾਂ ਲੈਣ ਵਾਲੇ ਸਨ ਉਹ ਤਾਂ ਇਹਨਾਂ ਦੀਆਂ ਨੌਕਰੀਆਂ ਰਿਕਰੂਟਮੈਂਟਾਂ ਹੀ ਬੰਦ ਕਰਤੀਆਂ। ਇਸ ਲਈ ਇਹ ਸਾਰਿਆਂ ਨੂੰ ਵੀ ਸਾਂਝੇ ਫਰੰਟ ਆਉਣ ਵਾਲੇ ਸਮੇਂ 'ਚ ਕੋਈ ਜੁਆਇੰਟ ਫੋਰਮ ਬਣਾ ਕੇ ਵੀ ਕੋਈ ਸੰਘਰਸ਼ ਵਾਲੇ ਪਾਸੇ ਨੂੰ ਅੱਗੇ ਵਧਣਾ ਚਾਹੀਦਾ। ਅਗਲਾ ਮੇਰਾ ਜਿਹੜਾ ਸਵਾਲ ਤੁਹਾਡੇ ਤੋਂ ਜਗਮੋਹਨ ਜੀ ਇਹ ਕਿ ਜਿਵੇਂ ਹੁਣ ਲੋਕ ਨਾ ਤੁਸੀਂ ਜਿਹੜੀ ਵੀ ਕਾਲ ਦਿੰਦਾ ਸੰਯੁਕਤ ਮੋਰਚਾ, ਪੰਜਾਬ ਦੀਆਂ ਜਥੇਬੰਦੀਆਂ ਉਹਦੇ ਤੇ ਅਮਲ ਕਰਦੇ ਨੇ, ਉਹ ਤੁਹਾਡੇ ਤੋਂ ਆਸਾਂ ਬਹੁਤ ਰੱਖਣ ਲੱਗੇ ਹੈਗੇ ਨੇ। ਆਸਾਂ ਕਿਵੇਂ ਰੱਖਣ ਲੱਗੇ ਨੇ? ਉਹ ਹੁਣ ਸਿਰਫ ਤੁਹਾਨੂੰ ਕਿਸਾਨ ਲੀਡਰ ਤੱਕ ਨਹੀਂ, ਉਹ ਤੁਹਾਡੇ ਤੋਂ ਅਗਲੀ ਭੂਮਿਕਾ ਵੀ ਚਾਹੁੰਦੇ ਹੈਗੇ ਨੇ। ਜਿਵੇਂ ਪੰਜਾਬ 'ਚ ਇਲੈਕਸ਼ਨ ਆ ਰਹੀ ਹੈ, ਉਹਨਾਂ ਵਿੱਚੋਂ ਇਹ ਵੀ ਹੈ ਕਿ ਲੀਡਰਸ਼ਿਪ ਕੋਈ ਬਦਲਵੀਂ ਮਤਲਬ ਕੋਈ ਧਿਰ ਦਵੇ। ਹੁਣ ਜਿਵੇਂ ਤੁਸੀਂ ਸ਼ੁਰੂਆਤ 'ਚ ਕਿਹਾ ਵੀ ਤੁਹਾਡਾ ਤਾਂ ਤੁਹਾਡੀ ਜਥੇਬੰਦੀ ਦਾ ਵੋਟਾਂ ਵਾਲਾ ਕੋਈ ਹਿਸਾਬ ਕਿਤਾਬ ਹੈ ਨਹੀਂਗਾ, ਪਰ ਜੇ ਮੈਂ ਤੁਹਾਡੀ ਪੋਲੀਟੀਕਲ ਲਾਈਨ ਦੀ ਗੱਲ ਕਰਾਂ, ਜੇ ਮੈਂ ਗਲਤ ਨਾ ਹੋਵਾਂ ਤਾਂ ਪੋਲੀਟੀਕਲ ਲਾਈਨ ਦੇ ਵਿੱਚ ਤਾਂ ਸ਼ਾਇਦ ਤੁਸੀਂ ਵੀ ਵੋਟਿੰਗ ਸਿਸਟਮ ਦੇ ਹੱਕ ਵਿੱਚ ਹੋ ਰਹੇ। ਜੇ ਮੈਂ ਗਲਤ ਨਾ ਹੈਗਾ ਤਾਂ ਉਗਰਾਹਾਂ ਧਿਰ ਨੂੰ ਛੱਡ ਕੇ ਬਾਕੀ ਸਾਰੀਆਂ ਜਥੇਬੰਦੀਆਂ ਦੀ ਜਿਹੜੀ ਆਪਣੇ ਪੋਲੀਟੀਕਲ ਕਨੈਕਸ਼ਨ ਨੇ ਉਹ ਤਾਂ ਵੋਟਾਂ ਦੇ ਵਿੱਚ ਯਕੀਨ ਰੱਖਦੇ ਆ। ਫਿਰ ਮੈਨੂੰ ਲੱਗਦਾ ਵੀ ਕੀ ਕੋਈ ਦਿੱਕਤ ਹੈ ਤੁਹਾਨੂੰ ਆਪਣਾ ਸਿਧਾਂਤਕ ਤੌਰ ਤੇ ਵੋਟਾਂ ਦੇ ਵਿੱਚ ਜਾਂ ਇਸ ਜਿਹੜਾ ਪਾਰਲੀਮਾਨੀ ਸਿਸਟਮ ਦੇ ਵਿੱਚ ਕੋਈ ਹਿੱਸੇਦਾਰੀ ਕਰਨ ਦੇ ਵਿੱਚ? ਪਾਰਲੀਮੈਂਟਰੀ ਸਿਸਟਮ ਜਿਹੜਾ ਹੁੰਦਾ ਹੈ ਇਹਦੇ ਵਿੱਚ ਹਿੱਸੇਦਾਰੀ ਕਰਨ ਸਾਨੂੰ ਪੂਰੀ ਦਿੱਕਤ ਹੈ। ਇਹਨੂੰ ਹਰ ਤਰ੍ਹਾਂ ਨਾਲ ਝਗੜਾ ਹੈ। ਸਾਮਰਾਜ, ਮਲਟੀਨੈਸ਼ਨਲ ਕੰਪਨੀਆਂ ਨੇ, ਕਾਰਪੋਰੇਟ ਘਰਾਣਿਆਂ ਨੇ ਇਹ ਕਿਸੇ ਇੱਕ ਸੂਬੇ 'ਚ ਸਰਕਾਰ ਬਣਾ ਕੇ ਕਿਤੇ ਕਰਕੇ ਕਿਸੇ ਵੀ ਤਰ੍ਹਾਂ ਦੇ ਲੈਂਡ ਰਿਫਾਰਮ ਜਾਂ ਕਿਸਾਨੀ ਜਾਂ ਖੇਤ ਮਜ਼ਦੂਰਾਂ ਜਾਂ ਛੋਟੇ ਮੁਲਾਜ਼ਮ ਕਾਰੋਬਾਰਾਂ ਦੀ ਭਲਾਈ ਨਹੀਂ ਹੋ ਸਕਦੀ। ਇਹਦੇ ਤੇ ਸਾਨੂੰ ਪੂਰਾ ਹੈਗਾ, ਇਹਦੇ ਨਾਲ ਨਹੀਂ ਹੋ ਸਕਦੀ। ਇਹ ਜਿਹੜਾ ਕੁਛ ਪ੍ਰਾਪਤ ਕੀਤਾ ਜਾ ਸਕਦਾ ਇਹ ਰਿਫਾਰਮ ਨੇ, ਸੁਧਾਰ ਨੇ, ਔਰ ਇਹ ਮਤਲਬ ਇੱਕ ਵੱਡੀ ਲੜਾਈ ਦੇ ਹਿੱਸੇ ਦੀਆਂ ਛੋਟੀਆਂ ਛੋਟੀਆਂ ਮੰਗਾਂ ਨੇ। ਇਹ ਸੰਘਰਸ਼ਾਂ ਰਾਹੀਂ ਪ੍ਰਾਪਤ ਹੋਊਗਾ। ਪਰ ਤੁਸੀਂ ਸੁਤੰਤਰ ਪੱਤਰਕਾਰ ਬਣ ਕੇ ਸੰਸਦ ਦੇ ਵਿੱਚ ਜਾਂ ਵਿਧਾਨ ਸਭਾ ਦੇ ਵਿੱਚ, ਜਿਵੇਂ ਮੰਨ ਲਓ ਕਿ ਤੁਹਾਡਾ ਕੋਈ 2-4 MLA ਵੀ ਚਲੇ ਗਏ, ਉਹ ਸੁਤੰਤਰ ਪੱਤਰਕਾਰ ਦੀ ਭੂਮਿਕਾ 'ਚ ਆਵਾਜ਼ ਤਾਂ ਉਠਾ ਸਕਦੇ ਆ। ਜਿਵੇਂ ਲੈਨਨ ਨੇ ਕਿਹਾ ਸੀ ਵੀ ਡਿਊਮਾ ਦੇ ਵਿੱਚ ਇਹ ਸਾਡੀ ਜਿਹੜੀ ਭੂਮਿਕਾ ਇੱਕ ਸੁਤੰਤਰ ਪੱਤਰਕਾਰ ਦੀ ਹੋ ਸਕਦੀ ਆ, ਉਸ ਤਰ੍ਹਾਂ ਦੇ ਐਂਗਲ ਤੋਂ। ਦੇਖੋ ਸ਼ਿਵਦਰ ਸਿੰਘ ਜੀ, ਇਹ ਇੰਡੀਆ ਮਤਲਬ ਕਿ ਮਹਾਂਦੇਸ਼ ਆ, ਇਹਦੇ 'ਚ ਅਸੀਂ ਹੁਣ ਸੰਪੂਰਨ ਕ੍ਰਾਂਤੀ ਦਿਵਸ ਬਣਾ ਕੇ ਹਟੇ ਹਾਂ। ਉਹ ਕਹਿੰਦਾ ਉਹ ਜੈ ਪ੍ਰਕਾਸ਼ ਨਾਰਾਇਣ ਨੇ ਸ਼ੁਰੂ ਕੀਤੀ ਸੀ। ਜੈ ਪ੍ਰਕਾਸ਼ ਨਾਰਾਇਣ ਜਦੋਂ ਮੂਵਮੈਂਟ ਸ਼ੁਰੂ ਕੀਤੀ ਸੀ ਤਾਂ 76 ਦੇ ਵਿੱਚ ਮੇਰੀ ਸਿਰਫ 20 ਸਾਲ ਦੀ ਉਮਰ ਸੀ, ਮੈਂ 53 ਸਾਲ ਦਾ। ਤਾਂ ਮੈਂ ਉਹ ਖੁਦ ਉਹਦੀ ਜਿਹੜੀ ਰੈਲੀ ਸੀ ਲੁਧਿਆਣੇ ਅਟੈਂਡ ਕਰਨ ਆਇਆ ਸੀ। ਜੈ ਪ੍ਰਕਾਸ਼ ਨਾਰਾਇਣ ਜਦੋਂ ਬੋਲ ਕੇ ਹਟਿਆ ਸੀ ਤਾਂ ਸੈਂਕਟ ਬੁਲਾਰਾ ਬੰਤ ਮਾਣੂਕੇ ਸੀ, ਜਿਹੜਾ ਅੱਜ ਨਹੀਂ ਰਿਹਾ। ਉਹ ਕਿਸਮੇ ਕਿਰਤੀ ਕਿਸਾਨ ਯੂਨੀਅਨ ਦਾ ਫਿਰੋਜ਼ਪੁਰ ਤੇ ਫਰੀਦਕੋਟ ਦੋਨਾਂ ਜ਼ਿਲ੍ਹਿਆਂ ਦਾ ਪ੍ਰਧਾਨ ਹੁੰਦਾ ਸੀ। ਉਹ ਕਿਰਤੀ ਕਿਸਾਨ ਜਿਹੜੀ ਹੁਣ ਵੀ ਸੰਘਰਸ਼ ਆ, ਉਹ ਕਿਰਤੀ ਕਿਸਾਨ ਯੂਨੀਅਨ ਵੱਲੋਂ ਬੋਲਿਆ ਸੀ। ਔਰ ਉਹ ਮਤਲਬ ਉਸ ਵੇਲੇ ਜਿਹੜੀ ਇੱਕ ਅਥਾਰਟੇਰੀਅਨ ਡਿਕਟੇਟਰਸ਼ਿਪ ਐਮਰਜੈਂਸੀ ਵਾਲੀ ਇੰਦਰਾ ਦੀ ਵੇਵ ਸੀ, ਉਹਦੇ ਅਗੇਂਸਟ ਇੱਕ ਸੰਘਰਸ਼ ਦੇ ਵਿੱਚ ਅਸੀਂ ਨਾਲ ਸੀ ਉਹਨਾਂ ਦੇ। ਪਰ ਜਦੋਂ ਇਲੈਕਸ਼ਨ ਹੋਏ ਉਹਨਾਂ ਨੇ ਜਨਤਾ ਪਾਰਟੀ ਬਣਾਈ, ਜਨਤਾ ਪਾਰਟੀ ਖੇਰੂ ਖੂਰੂ ਵੀ ਹੋਈ, ਉਹ ਤੋਂ BJP ਨਿਕਲੀ। BJP ਨੇ ਧਾਰਮਿਕ ਰੰਗਤ ਜਾਂ ਜਾਤ ਪਾਤ ਦੇ ਰੰਗਤ ਦੇ ਕਿਸੇ ਨੂੰ ਕੋਈ ਦਲੀਲ ਨਹੀਂ, ਕੋਈ ਕੁਛ ਨਹੀਂ। ਕਿੰਨੇ ਲੋਕ ਜਿਹੜੇ ਚੰਗੇ ਪੱਤਰਕਾਰ ਬਣ ਸਕਦੇ ਨੇ, ਉਹ ਚੰਗੇ ਪੱਤਰਕਾਰ ਕਿੰਨੇ ਤਾਂ UPA 'ਚ ਅੰਦਰ ਨੇ, ਕਿੰਨੇ ਬੰਦੇ ਹੋਰ ਨੇ। ਪਰ ਫਿਰ ਵੀ ਮਤਲਬ ਅਸੀਂ ਇਹ ਨਹੀਂ ਕਹਿੰਦੇ ਦੁਸ਼ਮਣ ਕਹਿ ਕੇ ਅੰਦਰ ਕੀਤਾ, ਉਹਨਾਂ ਨੂੰ ਰਿਹਾ ਕਰਨ ਬਾਰੇ ਵੀ ਆਵਾਜ਼ ਉਠਾਈ ਜਾਂਦੀ ਹੈ। ਉਹ ਕਿਸੇ ਦਾ ਕਿਸੇ ਢੰਗ ਨਾਲ ਪਾਰਲੀਮੈਂਟ ਦੇ ਬਾਹਰ ਚੌਂਕ 'ਚ ਉਠਾਈ ਜਾਵੇ ਜਾਂ ਪਾਰਲੀਮੈਂਟ ਦੇ ਅੰਦਰ ਕੋਈ MP ਠਾ ਦਿੰਦਾ, ਉਹ ਤਾਂ ਉੱਠਦੀ ਆ। ਇਹ ਤਾਂ ਡੈਮੋਕ੍ਰੇਟਿਕ ਮੂਵਮੈਂਟ ਲਈ ਉਠਾਉਣੀ ਜ਼ਰੂਰੀ ਹੈ, ਪਰ ਉਹਦੇ ਲਈ MLA MP ਅੱਜ ਦੀ ਸਟੇਜ ਵਿੱਚ ਵੜ ਕੇ ਉਠਾਉਣੀ ਮਤਲਬ ਮੈਨੂੰ ਲੱਗਦਾ ਵੀ ਕੋਈ ਉਹਦਾ ਲਾਭ ਨਹੀਂ ਹੋਣਾ। ਉਹ ਸਾਡੀ ਜਥੇਬੰਦੀ ਨੂੰ ਅਜੇ ਤੱਕ ਲੱਗਦਾ ਜੇ ਕਿਤੇ ਲੱਗੂਗਾ, ਇਹ ਤਾਂ ਕੋਈ ਹੈ ਨਹੀਂ, ਅਸੀਂ ਸਹੁੰ ਖਾਧੀ ਹੋਈ ਆ। ਪਰ ਆਉਣ ਵਾਲੇ ਸਮੇਂ 'ਚ ਇਹ ਗੱਲ ਜਿਹੜਾ ਕੁਐਸਚਨ ਜਿੱਥੋਂ ਤੁਸੀਂ ਸ਼ੁਰੂ ਕੀਤਾ ਸੀ ਵੀ ਲੋਕਾਂ ਨੂੰ ਛਾਵਾਂ ਨੇ ਆਉਣ ਵਾਲੇ ਪੰਜਾਬ ਦੀਆਂ ਚੋਣਾਂ ਦੇ ਵਿੱਚ ਕਿ ਜਿਹੜਾ ਸੰਯੁਕਤ ਮੋਰਚਾ ਸੀ ਇਹ ਕੀ ਸਾਨੂੰ ਹਿੰਟ ਦਿੰਦਾ ਹੈ ਕਿ ਕਿੱਧਰ ਵੋਟਾਂ ਪਾਓ, ਕਿਵੇਂ ਪਾਓ। ਇਹਦੇ ਬੇਸ ਤੇ ਸਾਨੂੰ ਫਿਕਰਮੰਦੀ ਹੈਗੀ ਆ। ਕੁਝ ਜਥੇਬੰਦੀਆਂ ਹੋ ਸਕਦਾ ਛਾਲਾਂ ਮਾਰ ਕੇ
ਕੁਝ ਦੂਜੀਆਂ ਜਿਹੜੀਆਂ ਟ੍ਰੈਡੀਸ਼ਨਲ ਪੋਲੀਟੀਕਲ ਪਾਰਟੀਆਂ ਨੇ ਜਿਨ੍ਹਾਂ ਨੂੰ ਇਹਨਾਂ ਕਾਨੂੰਨ ਨੂੰ ਲਾਗੂ ਕਰਾਉਣ ਦੇ ਵਿੱਚ ਹਿੱਸੇਦਾਰੀ ਆ, ਭਾਵੇਂ ਉਹ ਕਾਂਗਰਸ ਹੈ, ਚਾਹੇ ਅਕਾਲੀ ਹੈ, ਚਾਹੇ ਬੀਜੇਪੀ ਹੈ। ਇਹ ਤਿੰਨੇ ਜਾਂ ਆਮ ਆਦਮੀ ਪਾਰਟੀ ਨੂੰ ਮੈਂ ਨਹੀਂ ਜਾਣਦਾ ਕਿ ਆਮ ਆਦਮੀ ਪਾਰਟੀ ਨੇ ਇਹਦੇ 'ਚ ਕਿੰਨਾ ਰੋਲ ਨਿਭਾਇਆ, ਪਰ ਘੱਟੋ ਘੱਟ ਇੰਨੀ ਜ਼ਿਆਦਾ ਐਂਟੀ ਕਾਰਪੋਰੇਟ ਜਾਂ ਐਂਟੀ ਇੰਪੀਰੀਅਲਿਸਟ ਨਹੀਂ ਹੈਗੀ। ਉਹ ਇੱਥੋਂ ਦਾ ਜਿਹੜਾ ਉਹਦਾ ਇਤਿਹਾਸ ਦੱਸਦਾ ਦਿੱਲੀ ਦਾ, ਇਹਦੇ ਬਹੁਤ ਸਾਰੇ ਸਮਝੌਤੇ ਕਾਰਪੋਰੇਟ ਪੱਖੀ ਨੇ। ਪਰ ਇਸ ਕਰਕੇ ਇਹਨਾਂ ਪਾਰਟੀਆਂ ਦੇ ਵਿੱਚੋਂ ਕੋਈ ਕੁਛ ਜਥੇਬੰਦੀਆਂ ਸਾਡੀਆਂ ਛਾਲ ਮਾਰ ਕੇ ਸਪੋਰਟ ਤੇ ਜਾ ਸਕਦੀਆਂ ਨੇ। ਅਸੀਂ ਕੋਸ਼ਿਸ਼ ਕਰਾਂਗੇ ਨਾ ਜਾਣ ਸਪੋਰਟ ਤੇ, ਪਰ ਜੇ ਕੋਈ ਜਾ ਸਕਦਾ ਤਾਂ ਉਹਦਾ ਆਪਦਾ ਡੈਮੋਕ੍ਰੇਟਿਕ ਰਾਈਟ ਵੀ ਆ। ਪਰ ਘੱਟੋ ਘੱਟ ਬਹੁਤੀਆਂ ਜਥੇਬੰਦੀਆਂ ਮਜੋਰਟੀ ਦਾ ਆ, ਇਹਨਾਂ 'ਚ ਕੁਝ ਵੀ ਕੱਢਣ ਪਾਉਣ ਆਪਾਂ ਜੁਝਾਰੂ ਜਥੇਬੰਦੀਆਂ ਦੀ ਗੱਲ ਕਰਦੇ, ਅਸੀਂ ਤਾਂ ਕਹਿੰਦੇ ਆ ਵੀ ਤੁਹਾਡਾ ਏਕਾ ਬਣਿਆ ਰਹੇ। ਪਰ ਮਸਲਾ ਇਹ ਹੈਗਾ ਕਿ ਚਲੋ ਚੋਣਾਂ ਵਿੱਚ ਵੀ ਨਹੀਂ ਜਾਂਦੇ, ਪਰ ਤੁਹਾਡਾ ਕੋਈ ਪ੍ਰੋਗਰਾਮ ਹੋਏਗਾ ਵੀ ਲੋਕ ਹੁਣ ਜਦੋਂ ਤੁਹਾਡੇ ਵੱਲ ਝਾਕਣਗੇ ਕਿ ਦੇਖੋ ਜੀ ਸਾਰੀਆਂ ਗੱਲਾਂ ਆਪਾਂ ਤੁਹਾਡੀਆਂ ਮੰਨੀਆਂ ਤੇ ਹੁਣ ਚੋਣਾਂ ਵੇਲੇ ਅਸੀਂ ਕੀ ਕਰੀਏ, ਕਿ ਦੁਬਾਰੇ ਉਸੇ ਪਾਰਟੀਆਂ ਵੱਲ ਜਾਈਏ ਜਾਂ ਫਿਰ ਕੀ ਕਰੀਏ, ਉਦੋਂ ਫਿਰ ਕੀ ਤੁਹਾਡੇ ਕੋਲ ਹੋਏਗਾ ਕਹਿਣ ਨੂੰ? ਸਮਾਂ ਦੱਸੂਗਾ, ਪਰ ਸਾਨੂੰ ਲੱਗਦਾ ਵੀ ਇਹਦੇ 'ਚ ਚੋਣਾਂ ਦੇ ਸੰਬੰਧ ਦੇ ਵਿੱਚ ਚੁੱਪ ਰਹਿਣਾ ਜਾਂ ਚੋਣਾਂ ਦੇ ਸੰਬੰਧ ਦੇ ਵਿੱਚ ਇਹ ਕਹਿਣਾ ਵੀ ਜਿੱਥੇ ਤਾਂ ਜੀ ਕਰਦਾ ਵੋਟ ਪਾ ਲਓ, ਇਹ ਜਿਹੜਾ ਮਰਜ਼ੀ ਐਮਐਲਏ ਬਣ ਗਿਆ ਤੁਹਾਡੇ ਲਈ ਉਹਨੇ ਕੁਛ ਨਹੀਂ ਕਰਨਾ, ਇਹੀ ਕਹਿਣਾ ਪਊ। ਮਤਲਬ ਤੁਸੀਂ ਇਸ ਕੋਈ ਇਹ ਕਹਿੰਦਾ ਜੇ ਕੋਈ ਇਹ ਕਹੇਗਾ ਕਿ ਤੁਹਾਡੇ ਗੱਲ 'ਚ ਹਾਰ ਪਾਉਂਦੇ ਆ, ਤੁਸੀਂ ਖੜੋ ਸੰਯੁਕਤ ਮੋਰਚੇ ਲੋ ਖੜੇ ਹੋ ਜਾਓ, ਉਹ ਫਿਰ ਸਾਨੂੰ ਐ ਲੱਗਦਾ ਵੀ ਜਿਹੜਾ ਖੇਤੀ ਸੈਕਟਰ ਜਿੰਨੀ ਜਟਲ ਉਹਦੀ ਮਤਲਬ ਪ੍ਰਕਿਰਿਆ ਹੈ ਔਰ ਜਿੰਨੀ ਜਟਲ ਉਹਦਾ ਐਨਾਲਿਸਿਸ ਵਿਸ਼ਲੇਸ਼ਣ ਕਰਕੇ ਉਹਦੇ 'ਚ ਜਿੰਨੀਆਂ ਕਲਾਸਿਸ ਨੇ ਔਰ ਜਿੰਨੀ ਡਿਵਰਸੀਫਿਕੇਸ਼ਨ ਹੈ ਇਸ ਮਹਾਂਦੇਸ਼ ਦੇ ਵਿੱਚ, ਆਂਧਰ ਦੇ ਕਿਸਾਨ ਦੀਆਂ ਕੁਝ ਹੋਰ ਡਿਮਾਂਡ ਨੇ, ਬੰਗਾਲ ਦੇ ਕਿਸਾਨ ਦੇ ਕੁਝ ਹੋਰ ਡਿਮਾਂਡ ਨੇ, ਪੰਜਾਬ ਦੇ ਕੁਝ ਹੋਰ ਡਿਮਾਂਡ ਨੇ। ਹੁਣ ਸਾਨੂੰ ਹੋਰ ਜ਼ਿਆਦਾ ਜਾਣਕਾਰੀ ਲਈ ਹੈ। ਖੇਤੀ ਖੇਤਰ ਨੂੰ ਬਹੁਤ ਚੰਗੀ ਤਰ੍ਹਾਂ ਸਮਝ ਕੇ ਖੇਤੀ ਖੇਤਰ ਦੇ ਰਿਫਾਰਮ ਲਈ ਖੇਤੀ ਸਟਰਗਲ ਕਰਨਾ, ਇਹ ਇੱਕ ਬਹੁਤ ਵੱਡਾ ਕੰਮ ਹੈ ਜਿਹੜਾ ਕਈ ਸਾਲ ਅਜੇ ਕਰਨ ਦੀ ਲੋੜ ਹੈ। ਔਰ ਇਹਦੇ ਵਿੱਚ ਦੇਸ਼ ਪੱਧਰੀ ਵੱਧ ਤੋਂ ਵੱਧ ਸੰਘਰਸ਼ਸ਼ੀਲ ਇਮਾਨਦਾਰ ਕਿਸਾਨ ਜਥੇਬੰਦੀਆਂ ਦਾ ਆਪਸੀ ਏਕਾ ਬਣਾਉਣਾ, ਇਹ ਇੱਕ ਸਮੇਂ ਦੀ ਲੋੜ ਹੈ। ਇੱਧਰ ਨੂੰ ਹੀ ਸਿੱਧ ਹੋਵਾਂਗੇ ਜੇ ਅਸੀਂ ਸੰਘਰਸ਼ ਜਿੱਤਣ ਤੋਂ ਬਾਅਦ। ਇੱਕ ਅਗਲਾ ਮੇਰਾ ਸਵਾਲ ਆਪਾਂ ਹੁਣ ਥੋੜਾ ਜਿਹਾ ਇਸ ਤੋਂ ਹਟ ਕੇ ਇੱਕ ਹੋਰ ਜਿਹੜੇ ਹੈਗੇ ਆ ਵੱਲ ਆਉਣੇ, ਕਿ ਜਿਵੇਂ ਆ ਤੁਹਾਡਾ ਸਾਰਿਆਂ ਦਾ ਇੱਕ ਮੋਰਚਾ ਬਣਿਆ ਪੰਜਾਬ ਦੀਆਂ ਘੱਟੋ ਘੱਟ 31-32 ਜਥੇਬੰਦੀਆਂ ਜੋ ਇਕੱਠੀਆਂ ਹੋਈਆਂ, ਵੀ ਇੱਕ ਤਾਂ ਹੈਗਾ ਵੀ ਇੱਕ ਜਥੇਬੰਦੀ ਦੀ ਇੱਕ ਆਪਣੀ ਵਿਚਾਰਧਾਰਾ, ਕਿ ਇਹ ਸਾਰੇ ਸੰਘਰਸ਼ ਦੇ ਦੌਰਾਨ ਮੈਂ ਤੁਹਾਨੂੰ ਨਿੱਜੀ ਤੌਰ ਤੇ ਵੀ ਤੇ ਤੁਹਾਨੂੰ ਜਥੇਬੰਦਕ ਤੌਰ ਤੇ ਵੀ ਕੁਝ ਸਵਾਲ ਕਰ ਰਿਹਾ ਵੀ ਤੁਹਾਨੂੰ ਕੁਝ ਸਿੱਖਣ ਨੂੰ ਮਿਲਿਆ, ਵੀ ਤੁਹਾਨੂੰ ਲੱਗਦਾ ਹੋਵੇ ਵੀ ਅਸੀਂ ਜਿਹੜਾ ਹੁਣ ਆਪਣੇ ਕੁਝ ਸਿਧਾਂਤ ਦੇ ਵਿੱਚ ਕੁਝ ਨਵਾਂ ਪੜ੍ਹ ਲਿਆਈਏ, ਚਲੋ ਜੀ ਸਿਧਾਂਤ ਵਿੱਚ ਨਹੀਂ ਤਾਂ ਆਪਣੇ ਦਾਅ ਪੇਚ ਵਿੱਚ ਕੁਝ ਨਵਾਂ ਲਿਆਈਏ, ਵੀ ਇਦਾਂ ਦਾ ਕੁਝ ਸਿੱਖਣ ਨੂੰ ਮਿਲਿਆ ਇਸ ਸੰਘਰਸ਼ ਵਿੱਚ, ਇਸ ਗੱਠਜੋੜ ਦੇ ਵਿੱਚੋਂ 31-32 ਜਥੇਬੰਦੀਆਂ ਦਾ ਗੱਠਜੋੜ ਜੋ ਤੁਸੀਂ ਰਲ ਕੇ ਸੰਘਰਸ਼ ਕੀਤਾ, ਵੀ ਸਾਡੀ ਜਿਹੜੀ ਆਹ ਰਣਨੀਤੀ ਹੈ ਇਹਦੇ ਤੇ ਅਸੀਂ ਦੁਬਾਰਾ ਵਿਚਾਰ ਕਰੀਏ ਜਾਂ ਆਹ ਸਾਡੀ ਵਿਚਾਰਧਾਰਾ ਤੇ ਰਲ ਕੇ ਵਿਚਾਰ ਕਰੀਏ, ਕੁਝ ਇਦਾਂ ਦਾ ਨਵਾਂ ਕੁਝ ਸਿੱਖਣ ਨੂੰ ਮਿਲਿਆ, ਤੁਹਾਨੂੰ ਨਵਾਂ ਪਣ ਆਇਆ ਕੁਝ? ਦੇਖੋ ਬੇਹੱਦ ਸਿੱਖਣ ਨੂੰ ਮਿਲਿਆ। ਪੰਜਾਬ ਵੀ ਵੱਖ-ਵੱਖ ਕਿਸਮ ਦਾ, ਅਸੀਂ ਮਾਲਵਾ ਬੈਲਟ 'ਚ ਬੈਠੇ ਹਾਂ, ਸਾਨੂੰ ਦੁਆਬੇ ਵਾਲੇ ਮਾਝੇ ਵਾਲੇ ਲੋਕਾਂ ਦੇ ਨਾਲ ਪਿਛਲੇ 7-8 ਮਹੀਨੇ ਤੋਂ ਇਕੱਠੇ ਇੱਕੋ ਬਾਟੇ 'ਚ ਰੋਟੀ ਖਾਣ ਵਾਲੀ ਗੱਲ ਹੈ, ਇਕੱਠੇ ਵਿਚਰ ਰਹੇ ਹਾਂ। ਉਹਨਾਂ ਦੇ ਸੁਭਾਅ, ਉਹਨਾਂ ਦੇ ਕਲਚਰ, ਫਿਰ ਜਿਵੇਂ ਲੈਂਡ ਹੋਲਡਿੰਗ ਦੀ ਗੱਲ ਕਰਦੇ ਆ ਤਾਂ ਸਾਨੂੰ ਤਾਂ ਲੱਗਦਾ ਹੁੰਦਾ ਸੀ ਲੈਂਡ ਹੋਲਡਿੰਗ ਪੰਜਾਬ 'ਚ ਵਧੀਆ, ਪਰ ਜੇ ਪਤਾ ਸਾਨੂੰ ਮਾਝੇ 'ਚ ਬਹੁਤ ਘੱਟ ਲੈਂਡ ਹੋਲਡਿੰਗ ਆ। ਉਹਨਾਂ ਦੇ ਕਿਸਾਨਾਂ ਦੀਆਂ ਆਪਦੀਆਂ ਸੰਡੇ ਨਾਲ ਡਿਮਾਂਡਸ ਕੁਝ ਵੱਖਰੀ ਕਿਸਮ ਦੀਆਂ ਨੇ। ਇਸ ਕਰਕੇ ਬਾਕੀ ਜਿਹੜੇ ਮਤਲਬ ਕੁਛ ਸਾਡੇ ਨਾਲ ਅੱਡ-ਅੱਡ ਸਮੇਂ ਤੇ ਕੁਝ ਧਾਰਮਿਕ ਸੰਸਥਾਵਾਂ ਨੇ ਜਿੰਨੀ ਵੱਡੀ ਪੱਧਰ ਤੇ ਮਤਲਬ ਇਹਨੂੰ ਸਪੋਰਟ ਕੀਤੀ ਆ, ਤਾਂ ਉਹ ਸਪੋਰਟ ਕਰਨ ਦੇ ਵਿੱਚ ਕੀ ਮਨੁੱਖਤਾਵਾਦੀ ਆ ਉਹਦਾ, ਉਹ ਜਿਨ੍ਹਾਂ ਦਾ ਮਨੁੱਖਤਾਵਾਦੀ ਸਾਨੂੰ ਸੀਰੀਅਸਲੀ ਨੋਟ ਆ, ਅਸੀਂ ਉਹਨੂੰ ਸਲਾਮ ਕਰਦੇ ਹਾਂ। ਅੱਜ ਵੀ ਉਹਨਾਂ ਨਾਲ ਸਾਡੇ ਚੰਗੇ ਸੰਬੰਧ ਨੇ। ਜਿਹੜੇ ਕੁਛ ਲੋਕਾਂ ਦਾ ਨੈਰੋ ਸੀ, ਜਿਹੜਾ ਸਾਡਾ ਏਜੰਡਾ 3 ਕਾਨੂੰਨ ਰੱਦ ਕਰਾਉਣੇ, 4ਥਾ ਬਿਜਲੀ ਵਾਲਾ ਕਾਨੂੰਨ ਪੇਸ਼ ਨਾ ਹੋਣ ਦੇਣਾ, 5ਵਾਂ ਜਿਹੜਾ ਪ੍ਰਦੂਸ਼ਣ ਵਾਲਾ ਕਾਨੂੰਨ ਸੀ ਉਹਦੇ 'ਚ ਖੇਤੀ ਸੈਕਟਰ ਨੂੰ ਬਾਹਰ ਕੱਢਣਾ, ਤੇ 6ਵਾਂ MSP ਲੀਗਲ ਕਰਨੀ ਤੇ ਉਹਦੀ ਪ੍ਰੋਕੋਰਮੈਂਟ ਕਰਾਉਣੀ। ਇਸ ਤੋਂ ਬਿਨਾਂ ਕਈ ਲੋਕ ਇਹਦੇ ਵਿੱਚ ਜਾਣੀ ਫਿੱਟ ਕੀਤੇ ਗਏ, ਪਲਾਂਟ ਕੀਤੇ ਗਏ ਸਾਡੇ ਦੁਸ਼ਮਣਾਂ ਵੱਲੋਂ। ਉਹ ਤਾਂ 26 ਜਨਵਰੀ ਦਾ ਡੈਂਟ ਵੀ ਪੈ ਗਿਆ ਸੀ, ਪਰ ਹਰਿਆਣੇ ਦੇ ਲੋਕਾਂ ਦੀ ਮਦਦ ਨਾਲ, ਸ਼ਿਕਾਇਤ ਦੀ ਮਦਦ ਨਾਲ ਪੰਜਾਬੀਆਂ ਨੇ ਹੋਰ ਜ਼ੋਰ ਲਾਇਆ, ਅਸੀਂ ਉਹ ਕੱਢ ਦਿੱਤਾ ਡੈਂਟ। ਪਰ ਇਹਦੇ 'ਚ ਸਾਨੂੰ ਸਿੱਖਣ ਨੂੰ ਬਹੁਤ ਕੁਝ ਮਿਲਿਆ ਵੀ ਇੱਕ ਤੁਸੀਂ ਇੱਕ ਏਰੀਏ ਦੇ ਇੱਕ ਧਰਮ ਨਾਲ ਸੰਬੰਧਿਤ, ਇੱਕ ਕਾਸਟ ਨਾਲ ਸੰਬੰਧਿਤ ਇੱਕ ਜਥੇਬੰਦੀ ਬਣਾ ਕੇ ਸਾਰੇ ਸੰਘਰਸ਼ ਕਰੀ ਜਾਂਦੇ ਨੇ। ਇਹਦੇ 'ਚ ਕਿਵੇਂ ਸਾਨੂੰ ਮਤਲਬ ਗਰੀਬ ਦੋਸਤਾਂ ਨਾਲ ਕਿਵੇਂ ਰਿਲੇਸ਼ਨ ਰੱਖਣਾ ਚਾਹੀਦਾ, ਸਾਨੂੰ ਮਾਝੇ ਵਾਲਿਆਂ ਨਾਲ ਕਿਵੇਂ ਰਿਲੇਸ਼ਨ ਰੱਖਣਾ ਚਾਹੀਦਾ, ਸਾਨੂੰ ਗੁਰਸਿੱਖ ਨੂੰ ਪ੍ਰਣਾਈ ਹੋਈ ਜਥੇਬੰਦੀਆਂ ਨਾਲ ਵੀ ਇੱਕ ਕਿਸਮ ਦਾ ਸੰਬੰਧ ਬਹੁਤ ਪਿਆਰ ਤੇ ਸਤਿਕਾਰ ਨਾਲ ਰੱਖਣਾ ਚਾਹੀਦਾ। ਜੇ ਅਸੀਂ ਨਾਸਤਕ ਹਾਂ ਤਾਂ ਵੀ ਨਾਸਤਕਾਂ ਨੂੰ ਆਸਤਕਾਂ ਨਾਲ ਕਿਵੇਂ ਰੱਖਣਾ ਚਾਹੀਦਾ। ਆਸਤਕਾਂ ਨੇ ਸਿੱਖਿਆ ਹੈ ਵੀ ਨਾਸਤਕ ਸੋ ਬੰਦੇ ਨਹੀਂ ਹੁੰਦੇ, ਉਹਨਾਂ ਨੇ ਵੀ ਸਾਡੇ ਤੋਂ ਸਿੱਖਿਆ, ਔਰ ਅਸੀਂ ਰੋਜ਼ ਆਪਸ 'ਚ ਗੱਲਾਂ ਵੀ ਕਰਦੇ ਹਾਂ।
ਬਹੁਤ ਕੁਝ ਸਾਨੂੰ ਅਸੀਂ ਅਮੀਰ ਹੋਏ ਆ ਸਿੱਖਣ ਦੇ ਵਿੱਚ। ਤੁਸੀਂ ਹੁਣ ਸਵਾਲ ਲੱਗਦਾ ਹੈ ਕਿ ਜਿਹੜੀ ਇਹ ਸਾਰਾ ਕੁਝ ਜਿਹੜਾ ਸਿੱਖਿਆ ਹੈ ਮਨੁੱਖਤਾ ਦੀ ਜਿੱਤ ਲਈ, ਮਨੁੱਖਤਾਵਾਦੀ, ਕਿਉਂਕਿ ਕੋਈ ਬੰਦਾ ਕਮਿਊਨਿਸਟ ਆ, ਚਾਹੇ ਕੋਈ ਸਿੱਖ ਖਾੜਕੂ ਆ, ਚਾਹੇ ਕੁਛ ਆ, ਜੇ ਉਹ ਘੱਟੋ ਘੱਟ ਬੁਨਿਆਦੀ ਤੌਰ ਤੇ ਇਮਾਨਦਾਰ ਤੇ ਮਨੁੱਖ ਨੀਗਾ ਤੇ ਮਨੁੱਖਤਾਵਾਦੀ ਨੀਗਾ, ਤਾਂ ਉਹ ਅੱਗੇ ਕੁਛ ਡਿਵੈਲਪ ਨਹੀਂ ਕਰ ਸਕਦਾ, ਸੋਸਾਇਟੀ ਨਹੀਂ ਕਰ ਸਕਦਾ। ਇਸ ਐਸਪੈਕਟ ਤੋਂ ਸਾਡਾ ਤਜਰਬਾ ਅਮੀਰ ਹੋਇਆ, ਸਾਡੀ ਕਮਿਟਮੈਂਟ ਵੀ ਅੱਗੇ ਨੂੰ ਵਧੀ। ਮੇਰਾ ਇੱਕ ਸਵਾਲ ਇਹੀ ਹੈ ਕਿ ਤੁਸੀਂ ਹੁਣ ਕਹਿੰਦੇ ਕੁਝ ਏਦਾਂ ਦੇ ਬੰਦੇ ਆ ਗਏ ਸੀ ਤੁਹਾਡੇ ਸੰਘਰਸ਼ ਦੇ ਵਿੱਚ, ਤਾਂ ਮੇਰਾ ਸਵਾਲ ਇਹ ਹੈਗਾ ਕਿ ਜਿਵੇਂ ਸੰਯੁਕਤ ਮੋਰਚੇ ਵਿੱਚ ਵੀ ਇੱਕ ਜਿਹੜਾ ਲੀਡਰ ਹੈ, ਨੇਤਾ 31 ਜਾਂ 32 ਤਰ੍ਹਾਂ ਮੈਂਬਰਾਂ ਦੇ ਵਿੱਚੋਂ ਵੀ ਉਹਦਾ ਵੀ ਸਿੱਖ ਕਾਕਸ ਨਾਲ ਜਾ ਕੇ ਸੰਬੰਧ ਜੁੜ ਜਾਂਦੇ ਹੈਗੇ ਨੇ। ਵੀ ਮੈਂ ਇਹਦੇ ਤੇ ਤੁਹਾਡਾ ਕਮੈਂਟ ਵੀ ਲਵਾਂਗਾ, ਇਹ ਵੀ ਪੁੱਛਾਂਗਾ ਕਿ ਇਸ ਤਰ੍ਹਾਂ ਦੇ, ਕਿਉਂਕਿ ਉਹਨਾਂ ਦੀ ਕੋਈ ਜਥੇਬੰਦੀ ਵੀ ਕਿਸਾਨੀ ਦੇ ਵਿੱਚ ਕੋਈ ਐਕਟਿਵ ਮੈਨੂੰ ਲੱਗੀ ਨਹੀਂ, ਵੀ ਉਹ 32 ਜਥੇਬੰਦੀਆਂ ਸ਼ਾਮਲ ਕਿੱਦਾਂ ਹੋਏ, ਉਹਦਾ ਕੀ ਇੱਕ ਢੰਗ ਕੀ ਰਿਹਾ, ਉਹ ਮੇਰੀ ਸਮਝ ਤੋਂ ਬਾਹਰ ਰਿਹਾ ਹੈ। ਇਹ ਤਾਂ ਜੀ ਕੁਛ ਗੱਲਾਂ ਇਸ ਤਰ੍ਹਾਂ ਹੋ ਜਾਂਦੀਆਂ ਹੁੰਦੀਆਂ ਨੇ। ਅਸੀਂ ਅਸਲ ਦੇ ਵਿੱਚ ਮੰਦਸੌਰ ਦੀ ਘਟਨਾ ਜਦੋਂ ਅੱਜ ਤੋਂ 4 ਸਾਲ ਪਹਿਲਾਂ ਹੋਈ ਸੀ, ਉਸ ਤੋਂ ਪਹਿਲਾਂ ਅਸੀਂ ਆਲ ਇੰਡੀਆ ਲੈਵਲ ਦੀ ਕੁੱਲ ਹਿੰਦ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਬਣਾਈ ਸੀ। ਉਹਦੇ ਪੰਜਾਬ ਚੈਪਟਰ ਦੇ ਵਿੱਚ 10 ਜਥੇਬੰਦੀਆਂ ਮੈਂਬਰ ਸਨ। ਇਹਨਾਂ ਦੀ ਲੁਧਿਆਣੇ ਮੀਟਿੰਗ ਹੋਈ ਸੀ। ਅਸੀਂ ਉਹਦੇ ਵਿੱਚ 2 ਪ੍ਰੋਗਰਾਮ ਦਿੱਤੇ ਸਨ, ਇਹਨਾਂ ਕਾਲੇ ਕਾਨੂੰਨਾਂ ਦੇ ਵਿਰੁੱਧ, ਮੋਦੀ ਦੀਆਂ ਪੁਤਲੇ ਸਾੜਨੇ, ਹੋਰ ਕਰਨਾ। ਅਸੀਂ ਉਹਦੇ 'ਚ ਇੱਕ ਸਾਂਝਾ ਮਤਾ ਪਾਇਆ, ਕਿਉਂਕਿ ਰਾਜੇਵਾਲ ਤੇ ਡੱਲੇਵਾਲ ਇਹਨਾਂ ਨੇ 16 ਜਥੇਬੰਦੀਆਂ ਦੇ ਨਾਂ ਥੱਲੇ ਚੰਡੀਗੜ੍ਹ 'ਚ ਇੱਕ ਪ੍ਰੋਗਰਾਮ ਕੀਤਾ ਸੀ, ਤੇ ਦੋਨੋਂ ਪ੍ਰੋਗਰਾਮ ਇੱਕੋ ਸਨ, ਤਿੰਨੇ ਕਾਨੂੰਨ ਰੱਦ ਹੋਣੇ ਚਾਹੀਦੇ, MSP ਪੂਰੀ ਮਿਲਣੀ ਚਾਹੀਦੀ ਹੈ। ਤਾਂ ਜਦੋਂ ਕਿਹਾ ਵੀ ਉਹ ਵੀ ਸਿਰਫ ਬਾਕੀ ਮੰਗਾਂ ਨੂੰ ਛੱਡ ਕੇ ਉਹ 16 ਇਕੱਠੀਆਂ ਹੋਈਆਂ ਫਿਰਦੀਆਂ, ਆਪਾਂ 10 ਤਾਂ ਪਹਿਲਾਂ ਦੇ ਇਕੱਠੀਆਂ, ਆਪਾਂ ਕਿਉਂ ਨਾ ਪਹਿਲ ਕਦਮੀ ਕਰੀਏ, ਮੋਗੇ ਮੀਟਿੰਗ ਸੱਦੀਏ। ਉਹ ਮੀਟਿੰਗ ਸੱਦੀ 'ਚ ਝਗਰਾਹਾਂ ਵਾਲੀ ਇੱਕ ਵੱਡੀ ਧਿਰ ਹੈ ਜਿਹੜੀ ਪੰਜਾਬ ਦੀ ਕਿਸਾਨਾਂ ਦੀ ਸਭ ਤੋਂ ਵੱਡੀ ਜਥੇਬੰਦੀ ਆ, ਤਾਂ ਉਹਨੂੰ ਵੀ ਬੁਲਾ ਲਿਆ। ਇਸ ਲਈ ਉੱਥੇ 28-29 ਜਥੇਬੰਦੀਆਂ, 1-2 ਬਾਅਦ 'ਚ ਉਹਨਾਂ ਨੇ ਬਾਹਰ ਕਰ ਦੋ ਜਥੇਬੰਦੀ ਦਾ ਫੋਰਮ ਬਣਾਓ, ਔਰ ਉਹ ਫੋਰਮ ਠੀਕ ਤਰ੍ਹਾਂ ਚੱਲ ਰਿਹਾ ਅਜੇ ਕਿ ਇਹਦੇ 'ਚ ਬਹੁਤ ਵਾਧਾ ਘਾਟਾ ਨੇ, ਕਿਉਂਕਿ ਸਾਨੂੰ ਸਾਡੀ ਜਥੇਬੰਦੀ ਆ, ਸਾਡੇ ਕਈ ਲੀਡਰਾਂ ਨੂੰ ਮਤਲਬ ਇਹ ਬਹੁਤ ਮਹਿਸੂਸ ਹੁੰਦਾ ਹੈ ਵੀ ਅੱਜ ਅਸੀਂ ਮਤਲਬ ਅਗਰਾਹਾਂ ਤੋਂ ਬਾਅਦ ਸੰਯੁਕਤ ਜੇ 32 ਕਿਸਾਨ ਜਥੇਬੰਦੀ ਦਾ ਫੋਰਮ ਆ ਗਿਆ, ਹਾਂ ਜੀ, ਤਾਂ ਉਹਦੇ ਫੋਰਮ ਨਹੀਂ ਗਏ, ਮੈਂਬਰ ਨਹੀਂ ਗਏ ਉਸ ਫੋਰਮ ਦੇ, ਉਹ ਤਾਂ ਸਭ ਤੋਂ ਵੱਡੇ ਅਸੀਂ ਆ। ਕਈ ਵਾਰੀ ਸਾਨੂੰ ਮਤਲਬ ਬਹੁਤ ਸਾਰੇ ਮਾਮਲੇ 'ਚ ਇਗਨੋਰ ਮਾਰ ਦਿੱਤਾ ਜਾਂਦਾ ਹੈ। ਸਿਰਫ 10 ਜਾਂ 20-30 ਬੰਦੇ ਜਿਹਨਾਂ ਲੋਕਾਂ ਨੇ ਇੱਥੇ ਬਿਠਾਏ ਨੇ, ਉਹਨਾਂ ਦੀ ਗੱਲ ਦੀ ਵੀ ਉਹਨਾਂ ਵਜੂਦ ਹੁੰਦਾ ਹੈ। ਪਰ ਇਹ ਤਾਂ ਇੱਕ ਤੈਅ ਹੋ ਗਿਆ ਹੁਣ ਤਾਂ ਉਹਦੇ ਅਨੁਸਾਰ, ਔਰ ਇਹਨੂੰ ਤਕਰੀਬਨ ਮੰਨਣ ਵੀ ਲੱਗ ਪਏ। ਔਰ ਕੁਝ ਸਿਆਣੇ ਲੋਕ ਦੁਆਬੇ ਦੀਆਂ, ਖਾਸ ਤੌਰ ਤੇ ਕੁਝ ਮਾਝੇ ਦੀਆਂ ਛੋਟੀ ਜਥੇਬੰਦੀਆਂ ਵੱਡੀ ਜਥੇਬੰਦੀਆਂ ਦੇ ਆਗੂਆਂ ਦੀ ਗੱਲ ਨੂੰ ਮਾਨਤਾ ਵੀ ਵੱਧ ਦੇਣ ਲੱਗੇ ਨੇ। ਪ੍ਰੈਕਟੀਕਲੀ ਕੁਛ ਮਾਮਲਾ ਰਿਜ਼ੋਲਵ ਵੀ ਹੋਇਆ, ਪਰ ਇਹ ਪ੍ਰੋਬਲਮ ਹੈਗੀ। ਬਲਕਿ ਇਹ ਕੋਈ ਬਹੁਤ ਵਧੀਆ ਢੰਗ ਨਾਲ ਜਥੇਬੰਦਕ ਵਧੀਆ ਅਸੂਲਾਂ ਨਾਲ, ਮਤਲਬ ਜਿਵੇਂ ਕਹਿੰਦੇ ਹੁੰਦੇ ਨੇ ਗਿਣਤੀ ਤੇ ਮਿਣਤੀ, ਜਿਹੜੀ ਸਿਫਤ ਦੇ ਪੱਖੋਂ ਤੇ ਮਕਦਾਰ ਦੇ ਪੱਖੋਂ ਬਹੁਤ ਵਧੀਆ ਢੰਗ ਨਾਲ ਇਹ 32 ਦਾ ਜੁਆਇੰਟ ਫੋਰਮ ਨਹੀਂ ਬਣਿਆ। ਪਰ ਜਿਹੜਾ ਹੈਗਾ ਇਹਨੇ ਕਾਫੀ ਅੱਗੇ ਆਪਣਾ ਸੁਧਾਰਿਆ, ਹੋਰ ਵੀ ਸੁਧਾਰਾਂਗੇ। ਇਹ ਲੱਗਦਾ ਹੈ ਵੀ ਇਹ ਜਿਹੜੀ ਇਹਨਾਂ ਨੇ ਇੱਕ ਸੰਕਲਪ ਲਿਆ, ਔਰ ਸੰਕਲਪ ਨੂੰ ਜਿੰਨਾ ਵੱਡਾ ਹੁੰਗਾਰਾ ਲਕਾਈ ਦਾ ਮਿਲਿਆ, ਇਹ ਹੁਣ ਸੰਘਰਸ਼ ਦਾ ਹੀ ਜਿੱਤਣ ਤੱਕ ਇੱਕ ਮੁੱਠ ਰਹਿ ਕੇ ਸੰਘਰਸ਼ ਦਾ ਜਿੱਤਾਂਗੇ। ਮੈਂ ਹੁਣ ਆਪਣੇ ਆਖਰੀ ਸਵਾਲਾਂ ਵੱਲ ਆ ਰਿਹਾ ਜਗਮੋਹਨ ਜੀ। ਇੱਕ ਤਾਂ ਮੈਂ ਪੁੱਛਣਾ ਵੀ ਜਿਹੜਾ ਤੁਹਾਡਾ ਮਤਭੇਦ ਸੀਗਾ ਵੀ ਲੱਖੇ ਸਿਧਾਣੇ ਨੂੰ ਸ਼ਾਮਲ ਕੀਤਾ ਜਾਵੇ ਜਾਂ ਨਾ ਕੀਤਾ ਜਾਵੇ, ਇਹਨੂੰ ਲੈ ਕੇ, ਲੇਕਿਨ ਉਹ ਸਾਰਾ ਲੱਖਾ ਸਿਧਾਣਾ ਸ਼ਾਮਲ ਵੀ ਹੋ ਗਿਆ, ਉਹਦੇ ਬਾਅਦ ਵਿੱਚ ਕਿਤੇ ਦਿਖਿਆ ਵੀ ਨਹੀਂ ਹੈਗਾ। ਉਹ ਸਾਰੇ ਵਰਤਾਰੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਹੁਣ ਤੁਹਾਡੀ ਕੀ ਅਪਰੋਚ ਹੈ ਤੁਹਾਡੀ ਜਥੇਬੰਦੀ ਦੀ? ਦੇਖੋ ਜੀ, ਉਹਨੂੰ ਕਹਿ ਦਿੱਤਾ ਗਿਆ ਸੀ ਤੁਸੀਂ ਸ਼ਾਮਲ ਹੋ ਸਕਦਾ, ਤੈਨੂੰ ਆਹ ਸ਼ਰਤਾਂ ਸੀ, ਉਹ ਸਾਡਾ ਫੈਸਲਾ ਸੀ ਵੀ ਉਹ ਤੋਂ ਲਿਖਤੀ ਲੈਣਾ, ਉਹਨੇ ਨਾ ਲਿਖਤੀ ਦਿੱਤਾ, ਨਾ ਉਹਨੇ ਅਪਰੋਚ ਕੀਤਾ ਮੈਂ ਲਿਖਤੀ ਦੇਣਾ ਚਾਹੁੰਦਾ, ਨਾ ਸਾਡੇ ਕੋਲ ਆਇਆ। ਉਹ ਕੱਲ ਉੱਥੇ ਰੁਲ ਗਈ। ਕੁਝ ਲੋਕਾਂ ਦਾ ਇਸ ਗੱਲ ਤੇ ਸਾਡੀ ਆਪਸ ਦੇ ਵਿੱਚ ਆ ਗਈ ਸੀ ਕਿ ਕਿਉਂ ਨਹੀਂ ਲਿਖਤੀ ਲਿਆ, ਇਹ ਥੋੜਾ ਪ੍ਰੀ ਮੈਚੁਰ ਡਿਕਲੇਅਰ ਕਰਤਾ, ਔਰ ਉਹ ਪ੍ਰੀ ਮੈਚੁਰ ਡਿਕਲੇਅਰ ਕੀਤਾ ਵੀ ਇੰਪਲੀਮੈਂਟ ਨਹੀਂ ਹੋਇਆ। ਇਸ ਲਈ ਉਸ ਜਿਵੇਂ ਕਹਿੰਦੇ ਨਾ ਉਹ ਇਸ਼ੂ ਜਿਹੜਾ ਉਹ ਹੁਣ ਐ ਸਮਝ ਲਓ ਵੀ ਅੰਡਰ ਲਿਕੁਇਡੇਸ਼ਨ, ਸਮਾਪਤੀ ਅਧੀਨ ਹੋ ਗਿਆ, ਉਹਦੀ ਕੋਈ ਬਹੁਤੀ ਮਹੱਤਤਾ ਨਹੀਂ ਰਹੀ। ਮਤਲਬ ਲੱਖੇ ਸਿਧਾਣੇ ਦੀ ਕੋਈ ਮਹੱਤਤਾ ਨਹੀਂ ਰਹੀ ਜਾਂ ਕਿਹਦੀ ਮਹੱਤਤਾ ਨਹੀਂ ਰਹੀ? ਨਾ ਉਸ ਮੁੱਦੇ ਦੀ ਹੀ ਕੋਈ ਮਹੱਤਤਾ ਨਹੀਂ ਰਹੀ। ਅੱਛਾ, ਮਤਲਬ ਹੁਣ ਲੱਖਾ ਸਿਧਾਣਾ ਦੀ ਅਪਰੋਚ ਕੀ ਆ ਤੁਹਾਡੇ ਸੰਘਰਸ਼ ਦੇ ਬਾਰੇ, ਉਸ ਬੰਦੇ ਦੀ ਜੋ ਆਪਣੇ ਆਪ ਨੂੰ ਨੌਜਵਾਨਾਂ ਦਾ ਲੀਡਰ ਕਹਾਉਂਦਾ? ਦੇਖੋ ਜੀ, ਅਸੀਂ ਤਾਂ ਇਹ ਮੰਨਦੇ ਹਾਂ ਵੀ ਉਹ ਫਿਊਡਲ ਸੁਸਾਇਟੀ, ਉਹਦੇ ਵਿੱਚ ਕੋਈ ਕਿੱਡੀ ਵੀ ਬਹਾਦਰੀ ਕਰਨ ਵਾਲਾ, ਕੁਰਬਾਨੀ ਕਰਨ ਵਾਲਾ, ਉਹ ਕਹਾਣੀਆਂ ਸੁਣੀਆਂ ਨੇ ਜਿਉਣੇ ਮੋੜ ਦੀਆਂ, ਡਾਕੂ ਦੀਆਂ ਜਾਂ ਦੂਜਿਆਂ ਦੀਆਂ, ਉਹ ਬਣ ਜਾਂਦੇ ਨੇ। ਹੁਣ ਅਸੀਂ ਇੱਕ ਬੰਦਾ ਬਹਾਦਰ ਆ, ਬੰਦਾ ਬਹਾਦਰ ਇਕੱਲਾ
ਕੱਲਾ ਨਹੀਂ ਸੀ ਬੰਦਾ, ਮਤਲਬ ਇੱਕ ਸਿੱਖ ਧਰਮ ਤੇ ਵਿਰਾਸਤ ਤੇ ਗੁਰੂ ਗੋਬਿੰਦ ਸਿੰਘ ਤੋਂ ਉਹਨੂੰ ਇੱਕ ਹਿਸਾਬ ਨਾਲ ਇੱਕ ਰਾਹ ਮਿਲਿਆ ਸੀ, ਇੱਕ ਫੌਜਾਂ ਮਿਲੀਆਂ ਹੋਈਆਂ ਸਨ ਜਿਹੜੀਆਂ ਕਿ ਜ਼ੁਲਮ ਕਰਨ ਵਾਲੇ ਮੁਗਲ ਰਾਜਾ ਦੇ ਖਿਲਾਫ ਲੜਦੀਆਂ ਸਨ। ਉਦੋਂ ਬਾਅਦ ਉਹਨੇ ਫੀਡਰਲ ਦੇ ਖਿਲਾਫ ਲੜਾਈ ਲੜੀ ਤਾਂ ਬਹੁਤ ਸਾਰੀਆਂ ਥਾਵਾਂ ਦੇ ਕਿਸਾਨਾਂ ਨੂੰ ਜ਼ਮੀਨੀ ਹੱਕ ਦਿਵਾਏ। ਉਹ ਇਸ ਕਿਸਮ ਦਾ ਤਾਂ ਕੋਈ ਬੰਦਾ ਰੋਲ ਕਿਸੇ ਚੰਗੇ ਇਤਿਹਾਸਕ ਨਿਭਾ ਸਕਦਾ। ਲੱਖਣ ਸਿਧਾਣੇ ਵਰਗੇ ਜਾਂ ਹੋਰ ਕੋਈ ਇਹੋ ਜਿਹਾ ਕੋਈ ਹੋਰ ਬੰਦੇ ਦਾ ਕੋਈ ਰੋਲ ਥੋੜਾ ਬਹੁਤਾ ਹੋ ਸਕਦਾ, ਕੋਈ ਮਹੱਤਵਪੂਰਨ ਰੋਲ ਮੈਂ ਤਾਂ ਨਹੀਂ ਸਮਝਦਾ, ਨਹੀਂ ਸਾਡੀ ਜਥੇਬੰਦੀ ਸਮਝਦੀ। ਅੱਛਾ, ਦੂਸਰਾ ਮੈਂ ਤੁਹਾਡੇ ਤੋਂ ਆਖਰੀ ਸਵਾਲ ਹੈ ਕਿ ਆਖਰ ਦੇ ਵਿੱਚ ਸਾਡੇ ਸਰੋਤਿਆਂ ਨੂੰ ਜਾਂ ਤੁਹਾਨੂੰ ਜਿਹੜਾ ਹੈਗਾ ਤੁਹਾਡੇ ਸ਼ੁਭ ਚਿੰਤਕ ਨੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਇਸ ਕਿਸਾਨ ਸੰਘਰਸ਼ ਦੇ ਬਾਬਤ? ਸਭ ਤੋਂ ਪਹਿਲਾਂ ਤਾਂ ਮੈਨੂੰ ਇਹ ਜੀ ਸਾਰੇ ਆਪਣੇ ਜਿਹੜੇ ਸਰੋਤੇ ਦੇ ਜਾਂ ਸ਼ੁਭ ਚਿੰਤਕ ਨੇ ਉਹਨਾਂ ਨੂੰ ਇਹ ਬੇਨਤੀ ਕਰਾਂਗਾ ਕਿ ਮੈਂ ਤੁਹਾਡੇ ਰੂਬਰੂ ਅੱਜ ਪਹਿਲੀ ਵਾਰ ਹੋਇਆ ਤੇ ਜਿੰਨੇ ਥਾਰੋਲੀ ਤੁਸੀਂ ਵੇਰਵੇ ਸਹਿਤ ਗੱਲਬਾਤ ਕੀਤੀ ਆ ਬਿਨਾਂ ਕਿਸੇ ਦੇਖ ਰੇਖ ਤੋਂ, ਔਰ ਹਰ ਕੁਐਸਚਨ ਉਠਾਇਆ ਹੈ ਜਿਹਦਾ ਮੈਂ ਕੋਈ ਜਵਾਬ ਪੂਰਾ ਦੇ ਸਕਿਆ ਜਾਂ ਨਹੀਂ ਦੇ ਸਕਿਆ, ਉਹ ਇੱਕ ਵੱਖਰੀ ਗੱਲ ਹੈ। ਇਸ ਕਰਕੇ ਤੁਹਾਡੀ ਜਿਹੜਾ ਮਤਲਬ ਅਦਾਰਾ ਹੈ ਉਹਦੇ ਨਾਲ ਜੁੜੇ ਰਹਿਣ, ਉਹਨੂੰ ਸੁਣਦੇ ਰਹਿਣ, ਔਰ ਮੇਰੇ ਨਾਲ ਵੀ ਬਹੁਤ ਸਾਰੇ ਲੋਕ ਨੇ, ਤੁਸੀਂ ਉਹਨਾਂ ਨੂੰ ਲਿਆਓ ਇੱਥੇ, ਉਹਨਾਂ ਨਾਲ ਡਿਬੇਟ ਚਲਾਓ ਆਪਦੇ ਚੈਨਲ ਤੇ ਜਦੋਂ ਇਹ ਡਿਸਕਸ਼ਨਾਂ ਸੁਣਨਗੇ ਉਹਦੇ ਚ ਉਹਨਾਂ ਦੇ ਕੁਐਸਚਨ ਵੀ ਹੋਣਗੇ, ਨੈਕਸਟ ਟਾਈਮ ਉਹਨਾਂ ਦੇ ਕੁਐਸਚਨ ਵੀ ਆ ਜਾਣਗੇ। ਇਹੋ ਹੀ ਸਿੱਖਣ ਸਿਖਾਉਣ ਦਾ ਤਰੀਕਾ ਹੈ, ਇਹਦੇ ਨਾਲ ਜੁੜਨ। ਬਾਕੀ ਬੇਨਤੀ ਸਾਡੀ ਇਹ ਤਾਂ ਹੈ ਹੀ ਆ ਵੀ ਜਿਹੜਾ ਇੱਕ ਵੱਡਾ ਐਡਾ ਕੁੰਭ ਚੱਲ ਰਿਹਾ, ਐਡਾ ਵੱਡਾ ਸੰਘਰਸ਼ ਚੱਲ ਰਿਹਾ, ਚ ਤਨੋਂ ਮਨੋਂ ਤਨੋਂ ਹੋਰ ਵੀ ਜ਼ਿਆਦਾ ਹਿੱਸਾ ਪਾਉਣ। ਬਹੁਤ ਪਾ ਰਹੇ ਨੇ, ਉਹਦਾ ਬਹੁਤ ਧੰਨਵਾਦ ਪਾਉਣ। ਤੇ ਤੁਸੀਂ ਜਿਸ ਢੰਗ ਨਾਲ ਟਾਕ ਮਤਲਬ ਹੈਂਡਲ ਕੀਤੀ ਔਰ ਜਿਵੇਂ ਕਰਾਈ ਆ ਉਹਦਾ ਲਈ ਮੈਂ ਨਿੱਜੀ ਤੌਰ ਤੇ ਵੀ ਤੁਹਾਡਾ ਬਹੁਤ ਧੰਨਵਾਦ। ਸ਼ੁਕਰੀਆ ਜਗਮੋਹਨ ਜੀ, ਬਹੁਤ ਬਹੁਤ ਮਿਹਰਬਾਨੀ। ਫਿਰ ਵੀ ਕਿਸੇ ਦਿਨ ਜਦੋਂ ਆਏ ਤਾਂ ਆਮੋ ਸਾਹਮਣੇ ਹੋ ਕੇ ਵੀ ਆਪਾਂ ਗੱਲਬਾਤ ਕਰਾਂਗੇ। ਸ਼ੁਕਰੀਆ। ਠੀਕ, ਓਕੇ, ਥੈਂਕ ਯੂ। ਦੋਸਤੋ, ਤੁਸੀਂ ਜਾਣਦੇ ਹੋ ਕਿ ਸੂਹੀ ਸਵੇਰ ਇੱਕ ਲੋਕ ਪੱਖੀ ਵਿਚਾਰਾਂ ਵਾਲਾ ਸਾਡਾ ਮੀਡੀਆ ਅਦਾਰਾ ਹੈ। ਲੋਕ ਪੱਖੀ ਵਿਚਾਰਾਂ ਵਾਲੇ ਮੀਡੀਆ ਅਦਾਰੇ ਲੋਕਾਂ ਦੀ ਸਹਾਇਤਾ ਨਾਲ ਹੀ ਚੱਲਦੇ ਹੈਗੇ ਨੇ। ਅਸੀਂ ਮੰਨੀਏ ਕਿ ਜੇ ਕੋਈ ਜਿਹੜਾ ਹੈਗਾ ਕਾਰਪੋਰੇਟ ਸਹਾਇਤਾ ਨਾਲ, ਸਰਕਾਰੀ ਸਹਾਇਤਾ ਨਾਲ ਜਾਂ ਫਿਰ ਪ੍ਰਾਈਵੇਟ ਐਡ ਨਾਲ ਜੋ ਮੀਡੀਆ ਅਦਾਰੇ ਚੱਲਦੇ ਨੇ ਉਹ ਖੁੱਲ੍ਹ ਕੇ ਲੋਕ ਪੱਖ ਦੀ ਗੱਲ ਨਹੀਂ ਕਰ ਸਕਦੇ। ਇਸ ਕਰਕੇ ਸੂਹੀ ਸਵੇਰ ਨੂੰ ਤੁਹਾਡੀ ਮੋਰਲ ਵੀ ਤੇ ਆਰਥਿਕ ਸਹਾਇਤਾ ਦੀ ਬਹੁਤ ਜ਼ਿਆਦਾ ਲੋੜ ਹੈ। ਸੋ ਇਸ ਲਈ ਤੁਸੀਂ ਸਾਡੇ ਫੇਸਬੁੱਕ ਪੇਜ ਨੂੰ ਵੱਧ ਤੋਂ ਵੱਧ ਲਾਈਕ ਕਰੋ, ਸਾਡੀ YouTube ਚੈਨਲ ਸਾਡਾ ਉਹਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ, ਸਾਡੀਆਂ ਵੀਡੀਓ ਨੂੰ ਸ਼ੇਅਰ ਕਰੋ ਤੇ ਆਰਥਿਕ ਤੌਰ ਤੇ ਥੱਲੇ ਦਿੱਤਾ ਹੋਇਆ ਜੋ ਐਡਰੈਸ ਹੈ, ਬੈਂਕ ਦਾ ਅਕਾਊਂਟ ਹੈ, ਉਹਦੇ ਵਿੱਚ ਤੁਸੀਂ ਆਪਣੀ ਜਿਹੜੀ ਹੈਗੀ ਸਹਾਇਤਾ ਜਿਹੜੀ ਉਹਦੇ ਥਰੂ ਸਾਨੂੰ ਜਿਹੜਾ ਭੇਜ ਸਕਦੇ ਹੋ ਤਾਂ ਜੋ ਕਿ ਅਦਾਰਾ ਲਗਾਤਾਰ ਤੁਹਾਡੇ ਮੁੱਦਿਆਂ ਨੂੰ ਉਠਾਉਂਦਾ ਰਹੇ ਤੇ ਇੱਕ ਅਸੀਂ ਪੰਜਾਬੀ ਵਿੱਚ ਲੋਕ ਪੱਖ ਦਾ ਵੱਡਾ ਮੀਡੀਆ ਖੜਾ ਕਰ ਸਕੀਏ।